जी हाँ दोस्तों, प्यार भरी सत श्री अकाल, नमस्ते, जय मसीह दी ਤੇ अस्सलाम वालेकुम, ਵੈਰੀ ਵੈਰੀ ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਐਂਡ ਗੁੱਡ ਈਵਨਿੰਗ। ਜਿੱਥੇ ਵੀ ਤੁਸੀਂ ਬਿਟ ਪੰਜਾਬੀ ਦੇ ਤੀਜੇ ਐਪੀਸੋਡ ਨੂੰ ਦੇਖ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਵੈਲਕਮ ਤੇ ਨਿੱਘਾ ਸਵਾਗਤ। ਜੀ ਹਾਂ ਦੋਸਤੋ, ਅੱਜ ਦੇ ਮੇਰੇ ਸਟੂਡੀਓ ਦੇ ਮਹਿਮਾਨ ਨੇ ਜਿਹੜੇ ਕਿ ਪਾਕਿਸਤਾਨ ਪੰਜਾਬ 'ਚ ਪੈਦਾ ਹੋਏ। ਬਹੁਤ ਉਹਨਾਂ ਨੂੰ ਸ਼ਾਇਰੀ ਨਾਲ ਵੀ ਬੜਾ ਲਗਾਓ ਹੈ ਔਰ ਸ਼ਾਇਰੀ ਕਰਦੇ ਤਾਂ ਨਹੀਂ ਮਗਰ ਸੁਣਦੇ ਨੇ ਮੌਸੀਕੀ ਨਾਲ ਵੀ। ਅਤੇ ਅੱਜ ਅਸੀਂ ਜਾਣਾਂਗੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਕਦੋਂ ਯੂਕੇ ਲੈਸਟਰ 'ਚ ਆਏ ਅਤੇ ਕਿਵੇਂ ਸੈਟਲ ਹੋਏ ਅਤੇ ਕੀ ਕੁਛ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਗਵਾਇਆ ਅਤੇ ਕੀ ਕੁਛ ਅਚੀਵ ਕੀਤਾ। ਤੇ ਦੇਖਦੇ ਰਹੋ ਬਿਟ ਪੰਜਾਬੀ ਤੇ ਮਿਲਨੇ ਆ ਮੁਸਤਫਾ ਮਲਿਕ ਨੂੰ। ਮੁਸਤਫਾ ਮਲਿਕ ਸਾਹਿਬ, ਵੈਲਕਮ ਟੂ ਦਾ ਸ਼ੋ। ਕੀ ਹਾਲ ਚਾਲ ਨੇ? ਕਹਿੰਦੇ ਨੇ ਕਿ ਜਿਹੜੇ ਦੇਸ਼ ਨੇ ਉਹ ਪਰਦੇਸ ਹੋ ਗਏ ਨੇ, ਜਿਹੜੇ ਪਰਦੇਸ ਨੇ ਉਹ ਹੁਣ ਦੇਸ਼ ਹੋ ਗਏ ਨੇ। ਥੋੜ੍ਹਾ ਜਿਹਾ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਬਾਰੇ 'ਚ, ਤੁਸੀਂ ਕਦੋਂ ਯੂਕੇ 'ਚ ਆਏ ਐਂਡ ਕਦੋਂ ਲੈਸਟਰ 'ਚ ਸੈਟਲ ਹੋਏ, ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋ। ਇਹ ਗੱਲ ਹੈ ਜੀ 1992 ਦੀ, ਜਦੋਂ ਮੈਂ ਇੱਥੇ ਆਇਆ ਇੰਗਲੈਂਡ। ਸੋ ਇੱਥੇ ਮੇਰੇ ਇੱਕ ਅੰਕਲ ਸਨ ਅਤੇ ਉਹਨਾਂ ਦੇ ਕੋਲ ਹੀ ਮੈਂ ਆਇਆ ਸਾਂ ਇੱਥੇ। ਸੋ ਹੁਣ ਤੱਕ ਤਕਰੀਬਨ ਆਈ ਥਿੰਕ 30 ਸਾਲ ਹੋ ਗਏ ਨੇ ਇਸ ਸ਼ਹਿਰ ਦੇ ਵਿੱਚ। ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਦੇਸ਼ ਪਰਦੇਸ ਹੋ ਗਿਆ ਅਤੇ ਪਰਦੇਸ ਦੇਸ਼ ਬਣ ਗਿਆ। ਸੋ ਓਬਵੀਅਸਲੀ ਕਿ ਇਹ ਹੁਣ ਸਾਡਾ ਦੇਸ਼ ਹੈ ਅਤੇ ਅਸੀਂ ਮੈਂ ਸਮਝਣਾ ਕਿ ਅਸੀਂ ਬੜੇ ਪ੍ਰਾਊਡ ਸਿਟੀਜ਼ਨ ਹਾਂ ਇਸ ਸ਼ਹਿਰ ਦੇ ਅਤੇ ਇਸ ਮੁਲਕ ਦੇ। ਅਤੇ ਜੋ ਤੁਸੀਂ ਪਾਕਿਸਤਾਨ ਛੱਡਿਆ ਉਦੋਂ ਤੁਹਾਡੀ ਏਜ ਕੀ ਸੀ? ਏਜ ਉਸ ਵਕਤ ਮੇਰੀ ਕੋਈ 26 ਸਾਲ ਸੀ ਜਦੋਂ ਮੈਂ ਆਇਆ ਇੱਥੇ। ਅਤੇ ਉਹਦੇ ਬਾਅਦ ਫਿਰ ਤੁਹਾਨੂੰ ਪਤਾ ਜਦੋਂ ਕੋਈ ਵੀ ਬੰਦਾ ਆਪਣੇ ਦੇਸ਼ ਨੂੰ ਛੱਡ ਕੇ ਜਦੋਂ ਇੱਥੇ ਆਉਂਦਾ ਹੈ, ਸੋ ਜਿਹੜੇ ਅਰਲੀ ਡੇਜ਼ ਹੁੰਦੇ ਨੇ ਉਹ ਤੁਹਾਡੇ ਕਾਫੀ ਡਿਫੀਕਲਟ ਹੁੰਦੇ ਨੇ। ਖ਼ਾਸ ਤੌਰ 'ਤੇ ਜਦੋਂ ਤੁਸੀਂ ਇੱਥੇ ਆਉਂਦੇ ਹੋ ਅਤੇ ਤੁਸੀਂ ਢੂੰਡਦੇ ਹੋ ਉਹਨਾਂ ਦੀਵਾਰਾਂ ਨੂੰ, ਉਹਨਾਂ ਹਵਾਵਾਂ ਨੂੰ, ਉਹਨਾਂ ਖੁਸ਼ਬੂਆਂ ਨੂੰ। ਉਹ ਆਪਣੇ ਜਿਹੜੇ ਤੁਹਾਡੇ ਬਚਪਨ ਦੇ ਦੋਸਤ ਨੇ, ਤੁਹਾਡੇ ਮਾਂ ਬਾਪ, ਭੈਣ ਭਾਈ, ਉਹ ਇੱਥੇ ਆ ਕੇ ਜਦੋਂ ਤੁਸੀਂ ਦੇਖਦੇ ਹੋ ਕਿ ਮੈਂ ਜਿਹੜਾ ਖ਼ਾਬ ਇੱਕ ਦੇਖ ਕੇ ਆਇਆ ਸਾਂ ਜਾਂ ਮੈਂ ਜੋ ਸੋਚ ਕੇ ਆਇਆ ਸਾਂ, ਜਦੋਂ ਬੰਦਾ ਉੱਥੇ ਹੁੰਦਾ ਹੈ ਉਦੋਂ ਇਹ ਨਹੀਂ ਸੋਚਦਾ ਕਿ ਉਹਦੇ ਉੱਥੇ ਜਾਣ ਦੇ ਉਹਦੇ ਬਾਅਦ ਕੀ ਹੋਏਗਾ, ਤੁਹਾਡੇ ਨਾਲ ਕੀ ਕਾਨਸੀਕੁਐਂਸਿਸ ਹੋਣਗੇ। ਉਦੋਂ ਸਿਰਫ ਇਹ ਹੁੰਦਾ ਹੈ, ਇੱਕ ਹੁੰਦਾ ਹੈ ਜਜ਼ਬਾ, ਹੁੰਦਾ ਇੱਕ ਸ਼ੌਕ ਹੁੰਦਾ ਹੈ ਕਿ ਬੰਦਾ ਜਿਹੜਾ ਨਾ ਉਹ ਕਿਸੇ ਦੂਸਰੇ ਮੁਲਕ ਜਾ ਰਿਹਾ। ਅਤੇ ਉਹ ਇੱਥੇ ਆ ਕੇ ਫਿਰ ਸ਼ੁਰੂ ਜਿਹੜਾ ਉਹ ਜ਼ਰਾ ਮੁਸ਼ਕਿਲ ਟਾਈਮ ਹੁੰਦਾ ਹੈ, ਜਦੋਂ ਤੁਸੀਂ ਮਿਸ ਕਰਦੇ ਹੋ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਥੇ ਮੁਯੱਸਰ ਨਹੀਂ, ਜਿਨ੍ਹਾਂ ਨੂੰ ਕਦੀ ਤੁਸੀਂ ਉੱਥੇ ਇਸ ਕਿਸਮ ਦੀ ਵੈਲਿਊ ਹੀ ਨਹੀਂ ਦਿੰਦੇ, ਉਹ ਯੂ ਟੇਕ ਫॉर ਗ੍ਰਾਂਟਿਡ। ਸੋ ਇੱਥੇ ਆ ਕੇ ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਗ੍ਰਾਂਟਿਡ ਲੈਂਦੇ ਸਾਂ, ਚਾਹੇ ਉਹ ਜਿੰਨੀਆਂ ਮਰਜ਼ੀ ਛੋਟੀਆਂ ਹੋਣ, ਲੇਕਿਨ ਉਹਨਾਂ ਦੀ ਇੱਕ ਆਪਣੀ ਅਹਿਮੀਅਤ ਹੈ। ਅਤੇ ਜਦੋਂ ਉਹ ਨਾ ਹੋਣ ਤਾਂ ਫਿਰ ਤੁਹਾਨੂੰ ਉਹਨਾਂ ਦੀ ਅਹਿਮੀਅਤ ਦਾ ਜ਼ਿਆਦਾ ਅਹਿਸਾਸ ਹੁੰਦਾ। ਅਗਰ ਮੈਂ ਤੁਹਾਨੂੰ ਪੁੱਛਾਂ 2 ਜਾਂ 3 ਚੀਜ਼ਾਂ ਕਿ ਜਿਹੜੀਆਂ ਤੁਸੀਂ ਪਾਕਿਸਤਾਨ 'ਚ ਕਹਿੰਦੇ ਨੇ ਕਿ ਜਿਹਨੂੰ ਗ੍ਰਾਂਟੀ ਜਾਂ ਐਡਵਾਂਟੇਜ ਲੈਂਦੇ ਸਾਂ, ਤਾਂ ਉਹ ਕਿਹੜੀਆਂ ਸਨ? ਸਭ ਤੋਂ ਪਹਿਲੇ ਤਾਂ ਯਾਰ ਉੱਥੇ ਦੀ ਜਿਨ੍ਹਾਂ ਰਸਤਿਆਂ 'ਚ, ਜਿਨ੍ਹਾਂ ਗਲੀਆਂ 'ਚ ਤੁਸੀਂ ਦੌੜ ਕੇ ਖੇਡ ਕੇ ਤੁਸੀਂ ਜਵਾਨ ਹੁੰਦੇ ਹੋ, ਉਹਨਾਂ ਨਾਲ ਜਿਹੜੀ ਤੁਹਾਡੀ ਇੱਕ ਤਾਲੁਕ ਜਿਹੜਾ ਹੁੰਦਾ, ਇੱਕ ਜਿਹੜਾ ਮੁਹੱਬਤ ਹੁੰਦੀ ਹੈ ਤੁਹਾਡੀ, ਸਭ ਤੋਂ ਪਹਿਲੇ ਤਾਂ ਉਹ ਚੀਜ਼ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਮਿਸ ਕਰਦੇ ਹੋ। ਉਹਦੇ ਬਾਅਦ ਤੁਹਾਡੇ ਵਾਲਦੈਨ ਨੇ, ਤੁਹਾਡੇ ਭੈਣ ਭਾਈ ਨੇ, ਖ਼ਾਸ ਤੌਰ 'ਤੇ ਤੁਹਾਡੇ ਜਿਹੜੇ ਯਾਰ ਦੋਸਤ ਨੇ, ਅਤੇ ਜੇ ਕੁਛ 1-2 ਮਹਿਬੂਬਾਵਾਂ ਹੋਣ ਤਾਂ ਫਿਰ ਜ਼ਾਹਿਰ ਉਹਨਾਂ ਨੂੰ ਵੀ ਬੰਦਾ ਮਿਸ ਕਰਦਾ। ਅਸੀਂ ਜਿਹਨੂੰ ਕਹਿੰਦੇ ਹਾਂ ਕਿ ਇੱਕ ਗੱਲ ਯਾਦ ਆ ਜਾਂਦੀ ਹੈ, ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਗੁਰਦਾਸ ਮਾਨ ਜੀ ਦਾ ਗਾਣਾ ਯਾਦ ਆ ਜਾਂਦਾ ਇੱਥੇ। ਐਗਜ਼ੈਕਟਲੀ ਉਹ ਹੋ ਜਾਂਦਾ। ਮੈਨੂੰ ਯਾਦ ਹੈ ਅੱਛੀ ਤਰ੍ਹਾਂ ਕਿ ਜਦੋਂ ਮੈਂ ਆਇਆ ਅਤੇ ਮੈਂ ਜਿਸ ਜਗ੍ਹਾ 'ਤੇ ਰਹਿੰਦਾ ਸਾਂ, ਇੱਕ ਕਮਰਾ ਸੀ, ਉਹ ਕਮਰੇ ਦੇ ਵਿੱਚ ਰਹਿੰਦਾ ਸਾਂ ਮੈਂ। ਅਤੇ ਉਸ ਵਕਤ ਤੁਹਾਨੂੰ ਪਤਾ ਬੰਦਾ ਜਦੋਂ ਇੱਥੇ ਆਉਂਦਾ ਹੈ ਅਤੇ ਉਹਦੇ ਜਿਹੜੇ ਮੁਆਸ਼ੀ ਹਾਲਾਤ, ਮਾਲੀ ਮਾਮਲਾਤ ਹੁੰਦੇ ਨੇ, ਉਹ ਵੀ ਉਸੇ ਤਰ੍ਹਾਂ ਹੀ ਹੁੰਦੇ ਨੇ। ਸੋ ਇੱਥੇ ਆ ਕੇ ਬੰਦਾ ਸਭ ਤੋਂ ਪਹਿਲੇ ਜਿਸ ਚੀਜ਼ ਨੂੰ ਮਿਸ ਕਰਦਾ ਉਹ ਆਪਣੀ ਜ਼ੁਬਾਨ ਨੂੰ ਮਿਸ ਕਰਦਾ ਕਿ ਤੁਹਾਡਾ ਇੱਥੇ, ਕਿਉਂਕਿ ਇੱਥੇ ਤੁਹਾਡਾ ਉਸ ਕਿਸਮ ਦਾ ਹਲਕਾ ਨਹੀਂ ਹੁੰਦਾ ਉਸ ਵਕਤ, ਅਤੇ ਉਹ ਆਪਣੀ ਜ਼ੁਬਾਨ ਨੂੰ ਸੁਣਨ ਵਾਸਤੇ ਉਸ ਵਕਤ ਜਿਹੜਾ TV ਹੁੰਦਾ ਸੀ ਉਹ ਸਿਰਫ BBC ਅਤੇ ਉਹ BBC 1 ਐਂਡ BBC 2, ਉਹਨਾਂ ਦੇ ਕਦੀ ਹਫਤੇ ਬਾਅਦ ਕਦੀ ਕੋਈ ਇੱਕ ਅੱਧਾ ਪ੍ਰੋਗਰਾਮ ਕੋਈ ਏਸ਼ੀਅਨ ਲੱਗ ਜਾਂਦਾ ਸੀ ਅਤੇ ਉਹ ਆਵਾਜ਼ ਆ ਜਾਂਦੀ ਸੀ। ਮੈਨੂੰ ਯਾਦ ਹੈ ਕਿ ਮੇਰੇ ਕੋਲ ਉਸ ਜ਼ਮਾਨੇ 'ਚ ਕੋਈ ਰੇਡੀਓ, ਕੋਈ ਟੇਪ ਰਿਕਾਰਡਰ, ਕੋਈ ਕੁਛ ਨਹੀਂ ਸੀ ਹੁੰਦਾ। ਅਤੇ ਜਿਸ ਜਗ੍ਹਾ 'ਤੇ ਮੈਂ ਰਹਿੰਦਾ ਸਾਂ, ਮੇਰਾ ਜਿਹੜਾ ਕਮਰਾ ਸੀ ਉਹ 3ਰੇ ਫਲੋਰ 'ਤੇ ਸੀ। ਅਤੇ ਇੱਕ ਦਿਨ ਕੀ ਹੋਇਆ ਕਿ ਥੱਲੇ ਕਿਤੇ ਗਰਾਊਂਡ ਫਲੋਰ 'ਤੇ ਜਿਹੜਾ ਕੋਈ ਬੰਦਾ ਰਹਿੰਦਾ ਸੀ, ਉਹਨੇ ਕੋਈ ਪਤਾ ਨਹੀਂ ਕੋਈ ਰੇਡੀਓ ਕਿ ਟੇਪ ਰਿਕਾਰਡਰ ਲਾਈ ਦੀ ਸੀ। ਉਹ ਥੱਲਿਓਂ ਕੋਈ ਆਵਾਜ਼ ਆਏ, ਉਹ ਪ੍ਰੋਗਰਾਮ ਜਿਹੜਾ ਕੋਈ
ਮੌਸੀਕੀ ਦਾ ਕੋਈ ਪ੍ਰੋਗਰਾਮ ਸੀ। ਸੋ ਉਹ ਇੰਨੀ ਖੁਸ਼ੀ ਹੋਈ ਉਹਨੂੰ ਸੁਣ ਕੇ ਕਿ ਯਾਰ ਉਹ ਬੰਦਾ ਇੱਕਦਮ ਜਿਹੜਾ ਨਾ ਉਹ ਬਹੁਤ ਇੰਜੋਏ ਕਰਦਾ ਉਹਨੂੰ। ਲੇਕਿਨ ਇਨ ਜਨਰਲ ਇਹ ਹੁੰਦਾ ਸੀ ਕਿ ਬੰਦਾ ਕੰਧਾਂ ਨਾਲ ਹੀ ਗੱਲਾਂ ਕਰਦਾ ਹੈ। ਅਤੇ ਮੈਨੂੰ ਯਾਦ ਹੈ ਮੈਂ ਇੱਕ ਦਿਨ ਸਿਟੀ ਸੈਂਟਰ ਆਇਆ, ਇੱਥੇ ਮੈਂ ਕਲਾਕ ਟਾਵਰ ਦੇ ਥੱਲੇ ਤੁਹਾਨੂੰ ਪਤਾ ਬੈਂਚ ਲੱਗੇ ਦੇ ਨੇ, ਮੈਂ ਉੱਥੇ ਬੈਠਾ ਦਾ ਅਤੇ ਸਿਟੀ ਸੈਂਟਰ ਭਰਿਆ ਦਾ ਲੋਕਾਂ ਦੇ ਨਾਲ। ਅਤੇ ਮੈਂ ਉੱਥੇ ਬੈਠ ਕੇ ਸੋਚਣਾ ਭਈ ਯਾ ਅੱਲਾ ਤੂੰ ਇੰਨੀ ਦੁਨੀਆ ਬਣਾਈ, ਇੱਕ ਬੰਦਾ ਵੀ ਜਾਣਨ ਵਾਲਾ ਨਹੀਂ। ਹਾਂ, ਸੋ ਇਸ ਕਿਸਮ ਦੀ ਜਿਹੜੀ ਸੋਚ ਹੁੰਦੀ ਹੈ ਜਿਹੜੇ ਉਸ ਵਕਤ, ਬਾਕੀ ਮਾਲੀ ਮਾਮਲਾਤ ਵਗੈਰਾ ਉਹਦੇ ਵਕਤ ਦੇ ਨਾਲ ਨਾਲ ਜਿਹੜਾ ਉਹ ਵੀ ਠੀਕ ਹੋ ਜਾਂਦੇ ਨੇ, ਸਭ ਕੁਛ ਹੁੰਦਾ। ਲੇਕਿਨ ਉਸ ਵਕਤ ਸਭ ਤੋਂ ਜ਼ਿਆਦਾ ਜਿਹੜਾ ਬੰਦਾ ਮਿਸ ਕਰਦਾ ਆਪਣੀ ਚੀਜ਼ ਨੂੰ, ਉਹ ਇਹੋ ਹੀ ਹੁੰਦਾ, ਤੁਹਾਡੇ ਯਾਰ ਦੋਸਤ, ਤੁਹਾਡਾ ਬਚਪਨ, ਤੁਹਾਡੇ ਮਾਂ ਬਾਪ, ਤੁਹਾਡੇ ਭੈਣ ਭਾਈ, ਤੁਹਾਡੇ ਯਾਰ ਦੋਸਤ, ਇਹਨਾਂ ਚੀਜ਼ਾਂ ਨੂੰ ਉਹ ਜ਼ਿਆਦਾ ਮਿਸ ਕਰਦਾ। ਤੁਸੀਂ 26 ਸਾਲ ਦੀ ਉਮਰ 'ਚ ਲੈਸਟਰ 'ਚ ਆ ਗਏ, ਸੈਟਲ ਹੋ ਗਏ। ਤੁਹਾਨੂੰ ਯਾਦ ਹੈ ਸਭ ਤੋਂ ਪਹਿਲੀ ਕਿਹੜੀ ਜੌਬ ਕੀਤੀ ਸੀ ਅਤੇ ਕਿੱਥੇ ਕੀਤੀ ਸੀ? ਜੌਬ ਯਾਰ, ਕਿਉਂਕਿ ਉਸ ਵਕਤ ਦੀ ਸਿਚੁਏਸ਼ਨ ਇਹ ਹੁੰਦੀ ਹੈ ਕਿ ਬੰਦਾ ਇਹ ਕਹਿੰਦਾ ਹੈ ਕਿ ਮੈਨੂੰ ਕੁਛ ਵੀ ਮਿਲ ਜਾਏ, ਮੈਂ ਕੋਈ ਕੰਮ ਕਰਾਂ। ਅਤੇ ਉੱਥੇ ਦਾ ਜਦੋਂ ਬੰਦਾ ਉੱਥੇ ਹੁੰਦਾ, ਉੱਥੇ ਉਹਦੀ ਸੋਚ ਡਿਫਰੈਂਟ ਹੁੰਦੀ ਹੈ। ਉੱਥੇ ਜਦੋਂ ਅਸੀਂ ਉੱਥੇ ਜਦੋਂ ਬੰਦਾ ਗ੍ਰੈਜੂਏਸ਼ਨ ਕਰ ਲੈਂਦਾ ਉੱਥੇ, ਅਤੇ ਉਹਨੂੰ ਸਾਰੇ ਲੋਕ ਬਾਊ ਜੀ ਕਹਿੰਦੇ ਨੇ। ਅਤੇ ਅਗਰ ਤੁਸੀਂ ਥੋੜ੍ਹੀ ਬਹੁਤ ਅੰਗਰੇਜ਼ੀ ਬੋਲ ਸਕਦੇ ਹੋ ਤਾਂ ਉਹ ਹੋਰ ਉਹ ਸੋਨੇ 'ਤੇ ਸੁਹਾਗਾ ਹੁੰਦਾ। ਅਤੇ ਇੱਥੇ ਜਦੋਂ ਮੈਂ ਆਇਆ, ਮੈਂ ਸਮਝਣਾ ਸਾਂ ਕਿ ਮੇਰੇ ਕੋਲ ਬੜੀ ਸਕਿੱਲ ਹੈ ਕਿ ਮੈਂ ਅੰਗਰੇਜ਼ੀ ਬੋਲ ਲੈਂਦਾ ਥੋੜ੍ਹੀ ਬਹੁਤ, ਟੁੱਟੀ ਭੱਜੀ ਜਿੰਨੀ ਵੀ ਸੀ। ਲੇਕਿਨ ਇੱਥੇ ਆਇਆ ਅਤੇ ਇਹਨਾਂ ਨੇ ਚੁੱਕ ਮੇਰੇ ਮੂੰਹ 'ਤੇ ਮਾਰੀ, ਇਹ ਅੰਗਰੇਜ਼ੀ ਹੈ ਤੇਰੀ। ਉਹ ਚਲੋ ਉਹ ਤਾਂ ਹੈ ਸੀ, ਜਦੋਂ ਕਿਸੇ ਇੱਥੋਂ ਦੇ ਨੇਟਿਵ ਨਾਲ ਗੱਲਬਾਤ ਹੋਣੀ, ਉਹ ਸਾਡੇ ਉੱਤੋਂ ਹੀ ਲੰਘ ਜਾਂਦੀ ਸੀ, ਸਮਝ ਨਹੀਂ ਸੀ ਆਉਂਦੀ ਕਿ ਕੀ ਚੱਕਰ ਹੈ। ਅਤੇ ਇਨ ਟਰਮਸ ਆਫ ਜੌਬ ਕਿ ਉਸ ਵਕਤ ਜਿਹੜਾ ਹੈ ਪਹਿਲੀ ਜਿਹੜੀ ਮੇਰੀ ਜੌਬ ਸੀ ਉਹ ਇੱਕ ਇੱਥੇ ਹੌਜ਼ਰੀ ਸੀ ਫੈਕਟਰੀ, ਉਹਦੇ 'ਚ ਜਿਹੜਾ ਉਹਨਾਂ ਨੇ ਮੈਨੂੰ ਉਹ ਕਿਹਾ ਕਿ ਤੂੰ ਆ ਜਾ। ਮੈਂ ਉਹ ਜੌਬ ਵਾਸਤੇ ਉਹਨਾਂ ਨੂੰ ਕਿਹਾ ਆ ਜਾ। ਅਤੇ ਉਹ ਨਿਟਿੰਗ ਕਰਦੇ ਸਨ ਉੱਥੇ, ਉਹ ਨਿਟਿੰਗ ਮਸ਼ੀਨਾਂ ਸਨ। ਉਹ ਜਦੋਂ ਨਿਟਿੰਗ ਮਸ਼ੀਨ 'ਚ ਪੈਨਲਸ ਬਣਦੇ ਨੇ ਅਤੇ ਉਹ ਹਰ ਪੈਨਲ ਦੂਸਰੇ ਪੈਨਲ ਨਾਲ ਜੁੜਿਆ ਹੁੰਦਾ ਹੈ, ਉਹਦੇ 'ਚ ਇੱਕ ਥਰੈਡ ਹੁੰਦਾ ਹੈ। ਅਤੇ ਪਹਿਲਾ ਕੰਮ ਇਹ ਮੈਨੂੰ ਮਿਲਿਆ ਸੀ ਕਿ ਮੈਂ ਉਹ ਸਾਰੇ ਉੱਥੋਂ ਪੈਨਲ ਚੁੱਕ ਕੇ ਟੇਬਲ 'ਤੇ ਰੱਖ ਕੇ ਉਹਨਾਂ 'ਚੋਂ ਥਰੈਡ ਕੱਢ ਕੇ ਅਤੇ ਉਹਨਾਂ ਨੂੰ ਸੈਪਰੇਟ ਕਰਕੇ ਸਿੱਧਾ ਰੱਖ ਦੇਣਾ। ਉਹਦੇ ਬਾਅਦ ਫਿਰ ਕੁਛ ਦੇਰ ਜਿਹੜਾ ਉਹ ਮੈਂ ਪ੍ਰੈਸਿੰਗ ਕਰਦਾ ਰਿਹਾ, ਨਿਟਵੇਅਰ ਪ੍ਰੈਸਿੰਗ। ਫਿਰ ਕਾਫੀ ਅਰਸਾ ਜਿਹੜਾ ਮੈਂ ਪੈਕਿੰਗ ਕਰਦਾ ਰਿਹਾ। ਸੋ ਇਹ ਤਕਰੀਬਨ ਤੁਸੀਂ ਸਮਝ ਲਓ ਕਿ 5 ਸਾਲ ਤਕਰੀਬਨ ਇਹਨਾਂ ਚੱਕਰਾਂ ਦੇ ਵਿੱਚ ਹੀ ਗੁਜ਼ਰ ਗਿਆ ਕਿ ਉਹ ਫੈਕਟਰੀ 'ਚ ਸਵੇਰੇ ਜਾਣਾ 8 ਵਜੇ ਅਤੇ ਸ਼ਾਮ ਨੂੰ 5 ਵਜੇ ਜੌਬ ਖ਼ਤਮ ਹੋਣੀ ਅਤੇ ਉਹਦੇ ਬਾਅਦ ਘਰ ਆ ਜਾਣਾ। ਜਿੱਦਾਂ ਹੁਣ ਤੁਸੀਂ ਦੱਸਿਆ ਕਿ ਪਾਕਿਸਤਾਨ 'ਚ ਤੁਹਾਨੂੰ ਬਾਊ ਸਾਹਿਬ ਕਹਿ ਕੇ ਬੁਲਾਉਂਦੇ ਸਨ ਜਾਂ ਮਲਕ ਸਾਹਿਬ, ਅਤੇ ਇੱਥੇ ਤਾਂ ਬੜੀ ਪੀ ਕੱਟਣੀ ਪੈ ਰਹੀ ਸੀ, ਅਤੇ ਕਦੀ ਦਿਲ 'ਚ ਆਇਆ ਕਿ ਮੈਂ ਕਿਹੜੇ ਕੰਮ 'ਚ ਫਸ ਗਿਆ, ਮੈਂ ਵਾਪਸ ਮੁੜ ਜਾਵਾਂ? ਇਨੀਸ਼ੀਅਲੀ ਬਿਲਕੁਲ ਇਸ ਕਿਸਮ ਦੀ ਸੋਚ ਆਉਂਦੀ ਹੈ ਜਦੋਂ ਤੁਸੀਂ ਦੇਖਦੇ ਹੋ। ਇਸੀ ਹੁਣ ਜਾ ਕੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਜੌਬ ਇਜ਼ ਅ ਜੌਬ, ਦੇਰ ਇਜ਼ ਨੋ ਵਰਕ। ਕੋਈ ਐਸਾ ਕੰਮ ਨਹੀਂ ਜਿਹਨੂੰ ਅਸੀਂ ਕਹੀਏ ਕਿ ਇਹ ਬਹੁਤ ਅੱਛਾ ਹੈ ਅਤੇ ਇਹ ਕੰਮ ਬਹੁਤ ਭੈੜਾ ਹੈ। ਕੰਮ ਹੁੰਦਾ ਜਿਹੜਾ ਵੀ ਤੁਹਾਨੂੰ ਮਿਲ ਜਾਏ, ਜਿਸ ਤਰ੍ਹਾਂ ਦਾ ਵੀ ਤੁਸੀਂ ਕਰ ਸਕਦੇ ਹੋ। ਲੇਕਿਨ ਉਸ ਵਕਤ ਬੰਦੇ ਦੀ ਸੋਚ ਡਿਫਰੈਂਟ ਹੁੰਦੀ ਕਿਉਂਕਿ ਉਹ ਨਵਾਂ ਆਇਆ ਹੁੰਦਾ ਹੈ, ਉਹ ਉਸੇ ਤਰੀਕੇ ਨਾਲ ਸੋਚਦਾ, ਉਹਦੀ ਸੂਈ ਉੱਥੇ ਹੀ ਅੜਕ ਗਈ ਹੁੰਦੀ ਹੈ ਐਕਚੁਅਲੀ। ਅਤੇ ਉਹ ਬਿਲਕੁਲ ਇਹ ਅਹਿਸਾਸ ਹੁੰਦਾ ਸੀ। ਮੈਨੂੰ ਯਾਦ ਹੈ ਇੱਕ ਦਿਨ ਮੈਂ ਉੱਥੇ ਫੈਕਟਰੀ ਸਾਂ ਅਤੇ ਉਹਨੇ ਮੈਨੂੰ ਕਿਹਾ ਕਿ ਉਹ ਜਿਹੜਾ ਬਾਸ ਸੀ, ਹਾਲਾਂਕਿ ਉਹ ਆਪਣਾ ਏਸ਼ੀਅਨ ਸੀ ਬਾਸ ਜਿਹੜਾ, ਉਹ ਮੈਨੂੰ ਕਹਿੰਦਾ ਹੈ ਜੀ ਵੀਲ ਬਾਰ ਲਵੋ ਅਤੇ ਉੱਥੋਂ ਜਾ ਕੇ ਅਤੇ ਉਹ ਯਾਨ ਆਇਆ ਅਤੇ ਉਹ ਡੱਬੇ ਜਿਹੜੇ ਇਹਨਾਂ ਨੂੰ ਅੰਦਰ ਲੈ ਕੇ ਆਓ। ਸੋ ਆਨੈਸਟਲੀ ਉਸ ਵਕਤ ਜਿਹੜਾ ਸੀ ਉਹ ਇਸ ਕਿਸਮ ਦਾ ਜਿਹੜਾ ਉਹ ਮੈਨੂੰ ਫੀਲ ਹੋਇਆ ਕਿ ਮੇਰਾ ਵੱਸ ਨਹੀਂ ਸੀ ਚੱਲਦਾ ਕਿ ਮੈਂ 1 ਮਿੰਟ ਦੇ ਵਿੱਚ ਇੱਥੋਂ ਛਡਾ ਕੇ ਅਤੇ ਮੈਂ ਵਾਪਸ ਟੁਰ ਜਾਵਾਂ, ਕਿੱਥੇ ਮੈਂ ਆ ਗਿਆ ਯਾਰ। ਲੇਕਿਨ ਉਸ ਵਕਤ ਦੀ ਸੋਚ ਸੀ, ਉਸ ਸੋਚ ਨੂੰ ਚੇਂਜ ਕਰਨ 'ਚ ਉਹ ਜਿਹੜਾ ਮਾਲਕ ਸੀ ਉਹਨੇ ਬੜਾ ਅਹਿਮ ਕਿਰਦਾਰ ਅਦਾ ਕੀਤਾ ਕਿਉਂਕਿ ਉਹ ਸਵੇਰੇ ਆਉਂਦਾ ਸੀ ਅਤੇ ਆ ਕੇ ਉਹ ਜਿੰਨੇ ਉੱਥੇ ਉਹ ਬਿਨ ਹੁੰਦੇ ਸਨ ਉਹ ਕਲੀਨ ਕਰਦਾ ਸੀ। ਅਤੇ ਮੈਂ ਕਹਿੰਦਾ ਸੀ ਯਾਰ ਇਹ ਮਾਲਕ ਹੈ ਫੈਕਟਰੀ ਦਾ, ਇੰਨੇ ਇਹਦੇ ਕੋਲ ਬੰਦੇ ਕੰਮ ਕਰਦੇ ਨੇ, ਔਰਤਾਂ ਕੰਮ ਕਰਦੀਆਂ ਨੇ, ਬਿਨ ਸਵੇਰੇ ਆ ਕੇ ਆਪੀ ਸਾਰੇ ਸਾਫ਼ ਕਰਦਾ ਸਾਰੇ। ਉਹਦੇ ਇਲਾਵਾ ਉਹਨੇ ਉਹ ਚੀਜ਼ਾਂ ਚੁੱਕੀ ਦੀਆਂ ਨੇ, ਕਦੀ ਜਾਂਦਾ ਪਿਆ ਕਦੀ ਆਉਂਦਾ ਪਿਆ। ਸੋ ਉਹ ਫਿਰ ਜਿਹੜਾ ਨਾ ਆਹਿਸਤਾ ਜਦੋਂ ਬੰਦਾ ਇੱਕ ਨਵੇਂ ਮਾਹੌਲ 'ਚ ਆਉਂਦਾ, ਇੱਕ ਨਵੇਂ ਕਲਚਰ 'ਚ ਆਉਂਦਾ, ਫਿਰ ਉੱਥੋਂ ਦੀ ਜਿਹੜੀ ਨੋਰਮਸ ਨੇ, ਉੱਥੋਂ ਦੇ ਜਿਹੜਾ ਬੁਨਿਆਦੀ ਚੀਜ਼ਾਂ ਨੇ ਉਹਨਾਂ ਨੂੰ ਲਰਨ ਕਰਦਾ। ਉਹਦੇ ਇਲਾਵਾ ਵਕਤ ਦੇ ਨਾਲ ਤੁਹਾਡੀ ਏਜ ਵੀ ਤੁਹਾਨੂੰ ਬੜਾ ਕੁਛ ਸਿਖਾਉਂਦੀ ਹੈ। ਸੋ ਇਟ ਵਾਜ਼ ਅ ਗੁੱਡ ਐਕਸਪੀਰੀਅੰਸ। ਐਂਡ ਅੱਜ ਜੋ ਕੁਛ ਵੀ ਮੈਂ ਹੈ ਵਾਂ ਆਬਵੀਅਸਲੀ ਕਿ ਸਾਰਾ ਜਿਹੜਾ ਮੇਰਾ ਟਾਈਮ ਜਿਹੜਾ ਗੁਜ਼ਰਿਆ ਇੱਥੇ ਵੀ ਅਤੇ ਉੱਥੇ ਵੀ, ਆਬਵੀਅਸਲੀ ਕਿ ਟਾਈਮ ਜਿਹੜਾ ਤੁਹਾਨੂੰ ਸਿਖਾਉਂਦਾ ਹੈ ਅਤੇ ਤੁਹਾਨੂੰ ਬਣਾਉਂਦਾ ਹੈ
ਜੋ ਅੱਜ ਮੈਂ ਹੈ ਵਾਂ। ਪਾਕਿਸਤਾਨ ਦੀਆਂ ਗਰਮੀਆਂ, ਧੁੱਪਾਂ, ਜਿਹਨੂੰ ਕਹਿੰਦੇ ਨੇ ਕਿ ਬਾਹਰ ਮੰਜੀ ਡਾ ਕੇ ਵਿਆਹ ਵੀ ਨਹੀਂ ਜਾਂਦਾ, ਅਤੇ ਇੱਕਦਮ ਇੱਥੇ ਆ ਗਏ ਅਤੇ ਬਰਫ਼ ਅਤੇ ਠੰਡ ਅਤੇ ਬਾਰਿਸ਼ ਤੇ ਬੰਦ ਹੁੰਦਾ ਨਾਂ ਹੀ ਨਹੀਂ ਲੈਂਦੀ, ਅਤੇ ਕਿਸ ਤਰ੍ਹਾਂ ਆਪਣੇ ਆਪ ਨੂੰ ਤੁਸੀਂ ਐਡਜਸਟ ਕੀਤਾ? ਉਹ ਜਿਹੜੀਆਂ ਗਰਮੀਆਂ ਸਨ ਨਾ, ਉਹ ਤਾਂ ਉਸ ਵਕਤ ਬੰਦੇ ਦਾ ਐਜ਼ੇਨ 'ਚ ਹੁੰਦਾ ਕਿ ਮੈਂ ਕਦੀ ਇੱਥੋਂ ਨਿਕਲਾਂ ਸਹੀ ਯਾਰ, ਐਡੀ ਗਰਮੀ। ਉਸ ਜ਼ਮਾਨੇ 'ਚ ਵੀ ਤੁਹਾਨੂੰ ਪਤਾ ਉੱਥੇ ਲੋਡ ਸ਼ੈਡਿੰਗ ਹੁੰਦੀ ਸੀ, ਬਿਜਲੀ ਹੈ ਨਹੀਂ, ਗਰਮੀ ਜ਼ਬਰਦਸਤ ਕਿਸਮ ਦੀ ਹੈ, ਨਾ ਤੁਸੀਂ ਬਾਹਰ ਜਾ ਸਕਦੇ ਹੋ ਨਾ ਅੰਦਰ ਜਾ ਸਕਦੇ ਹੋ। ਅਤੇ ਇੱਥੇ ਆ ਕੇ ਠੰਡ ਜਦੋਂ ਅਸੀਂ ਦੇਖਦੇ ਹਾਂ ਅਤੇ ਉਹ ਇਟ ਵਾਜ਼ ਅ ਗੁੱਡ ਐਕਸਪੀਰੀਅੰਸ। ਉਹ ਇਸ ਤਰ੍ਹਾਂ ਨਹੀਂ ਸੀ ਕਿ ਅਸੀਂ ਗਰਮੀ ਨੂੰ ਤਾਂ ਮੈਂ ਅੱਜ ਤੱਕ ਮਿਸ ਨਹੀਂ ਕੀਤਾ। ਹਾਂ, ਲੇਕਿਨ ਗਰਮੀ ਦੇ ਦੌਰਾਨ ਜਿਹੜੇ ਜਿਸ ਤਰ੍ਹਾਂ ਫਲ ਹੁੰਦੇ ਨੇ ਉੱਥੇ, ਅੰਬ ਹੋ ਗਏ ਜਾਂ ਫਾਲਸਾ ਹੈ, ਜਾਮਨੂ ਨੇ, ਜਲੇਬਾ ਹੈ, ਉਹ ਚੀਜ਼ਾਂ ਜਿਹੜੀਆਂ ਨੇ ਉਹ ਸਟਿਲ ਅਸੀਂ ਉਹਨਾਂ ਨੂੰ ਯਾਦ ਕਰਨੇ ਆ ਕਿ ਉਹ ਹੈ ਸਨ। ਉਹਦੇ ਇਲਾਵਾ ਜਿਹੜਾ ਬਰਸਾਤ ਦਾ ਮੌਸਮ ਉੱਥੇ ਵੇ, ਜਿਹਨੂੰ ਬੜਾ ਰੋਮੈਂਟਿਕ ਕਿਹਾ ਜਾਂਦਾ ਅਤੇ ਸਮਝਿਆ ਜਾਂਦਾ, ਇੱਥੇ ਜਦੋਂ ਬਰਸਾਤ ਹੁੰਦੀ ਉਹਨੂੰ ਕਹਿੰਦੇ ਡਰਟੀ ਵੈਦਰ। ਸੋ ਦੈਟ ਇਜ਼ ਦ ਡਿਫਰੈਂਟ ਇਨ ਕਲਚਰਸ, ਕਿ ਸਾਡੇ ਜਿਹੜਾ ਉੱਥੇ ਬਰਸਾਤ ਦਾ ਮੌਸਮ ਹੈ ਉਹਦੇ ਨਾਲ ਕਿੰਨੀਆਂ ਯਾਦਾਂ ਵਾਬਸਤਾ ਨੇ, ਕਿੰਨਾ ਤੁਸੀਂ ਉਹਨੂੰ ਇੰਜੋਏ ਕਰਦੇ ਹੋ ਬਰਸਾਤ ਦੇ ਮੌਸਮ ਨੂੰ। ਉਹ ਬਾਰਿਸ਼ 'ਚ ਨਹਾਉਣ ਦਾ ਜਿਹੜਾ, ਉਹ ਅੱਜ ਤੱਕ ਅਸੀਂ ਜਿਹੜਾ ਉਹ ਇੱਥੇ ਸੋਚ ਵੀ ਨਹੀਂ ਸਕਦੇ ਕਿ ਬਾਰਿਸ਼ 'ਚ ਬੰਦਾ ਨਹਾਏ। ਫਿਰ ਤੁਹਾਨੂੰ ਪਤਾ ਉੱਥੇ ਜਦੋਂ ਗਰਮੀ ਹੁੰਦੀ ਸੀ ਛੱਤ 'ਤੇ ਮੰਜੀਆਂ ਡਾਹੀ ਦੀਆਂ ਸਨ, ਠੀਕ ਹੈ। ਉਹ ਚੀਜ਼ ਜਿਹੜੀ ਹੈ ਨਾ, ਉਹ ਜਿਹੜਾ ਪਿਆਰ ਮੁਹੱਬਤ ਹੁੰਦਾ ਸੀ, ਇੱਕ ਸਾਰੇ ਇਕੱਠੇ ਹੁੰਦੇ ਸਨ। ਜੇ ਰੋਟੀ ਖਾਣੀ ਹੈ ਤਾਂ ਉਹ ਸਾਰਿਆਂ ਨੇ ਜ਼ਮੀਨ 'ਤੇ ਬਹਿ ਕੇ ਹੀ ਖਾਣੀ ਹੈ, ਸਭ ਨੇ ਇਕੱਠੀ ਰੋਟੀ। ਉੱਪਰ ਮੰਜੀਆਂ ਸਾਰੀਆਂ ਨੇ ਇੱਕੋ ਲਾਈਨ 'ਚ ਲੱਗੀ ਦੀਆਂ ਨੇ, ਇੱਕ ਪਾਸੇ ਇੱਕ ਪੱਖਾ ਲੱਗਾ ਦਾ। ਉਹ ਲੜਾਈ ਹੁੰਦੀ ਸੀ ਭੈਣ ਭਰਾਵਾਂ ਦੀ ਕਿ ਮੈਂ ਪੱਖੇ ਦੇ ਨੇੜੇ ਸੌਣਾ ਕਿ ਕਿੰਨੇ ਸੌਣਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਵਾਕਈ ਮਿਸ ਕਰਦੇ ਹੋ। ਇੱਥੇ ਆ ਕੇ ਜਿਹੜਾ ਕਲਚਰ ਜਿਹੜਾ ਇੱਥੋਂ ਦਾ ਮੌਸਮ ਜਿਹੜਾ ਹੈ, ਇੱਥੋਂ ਦੇ ਜਿਹੜੇ ਤੌਰ ਤਰੀਕੇ ਨੇ, ਜ਼ਾਹਿਰ ਉਹਨਾਂ ਨਾਲ ਡਿਫਰੈਂਟ ਨੇ, ਲੇਕਿਨ ਹੁਣ ਤਾਂ ਸਾਡੇ ਇਹੋ ਹੀ ਤੌਰ ਤਰੀਕੇ ਨੇ ਜਿਹੜੇ ਇੱਥੋਂ ਦੇ ਹੈ ਨੇ। ਅਤੇ ਜਦੋਂ ਤੁਸੀਂ UK 'ਚ ਆਏ ਸੋ, ਤੁਸੀਂ ਇਕੱਲੇ ਆਏ ਸੋ ਜਾਂ ਆਪਣੇ ਸਿਬਲਿੰਗਸ ਦੇ ਨਾਲ ਆਏ ਸੋ? ਮੇਰੇ 3 ਭਾਈ ਸਨ, ਇੱਕ ਉਹਨਾਂ 'ਚੋਂ ਫੌਤ ਹੋ ਗਿਆ, ਅਤੇ ਮੇਰੀਆਂ 2 ਸਿਸਟਰਸ ਨੇ। ਹੁਣ ਪਾਕਿਸਤਾਨ 'ਚ ਸਿਰਫ ਮੇਰੇ 2 ਭਾਈ ਨੇ। ਇੱਕ ਮੇਰਾ ਛੋਟਾ ਭਾਈ ਜਿਹੜਾ ਹੈ ਉਹ ਪਾਕਿਸਤਾਨ ਆਰਮੀ 'ਚ ਹੀ ਇਜ਼ ਐਰੋਨੌਟੀਕਲ ਇੰਜੀਨੀਅਰ, ਅਤੇ ਇੱਕ ਜਿਹੜਾ ਉਹ ਉੱਥੇ ਬਿਜ਼ਨਸ ਕਰਦਾ। ਕਹਿੰਦੇ ਨੇ ਕਿ ਹਰ ਇਨਸਾਨ ਨੇ ਆਪਣੀ ਲਾਈਫ 'ਚ ਇੱਕ ਲੱਡੂ ਜ਼ਰੂਰ ਖਾਧਾ, ਜਿਹਨੂੰ ਕਹਿੰਦੇ ਅਸੀਂ ਵਿਆਹ ਦਾ ਲੱਡੂ। ਅਤੇ ਤੁਸੀਂ ਵਿਆਹ ਦਾ ਲੱਡੂ ਕਦੋਂ ਖਾਧਾ ਸੀ? ਯਾਰ ਵਿਆਹ ਦਾ ਲੱਡੂ ਜਿਹੜਾ ਨਾ, ਇਹ ਵਾਕਈ ਜਿਹੜਾ ਉਹ ਕਹਿੰਦੇ ਨੇ ਨਾ, ਜਿਹੜਾ ਖਾਏ ਉਹ ਵੀ ਪਛਤਾਏ ਅਤੇ ਜਿਹੜਾ ਨਾ ਖਾਏ ਉਹ ਵੀ ਪਛਤਾਏ। ਅਤੇ ਬੰਦਾ ਇਹ ਸੋਚਦਾ ਕਿ ਜੇ ਪਛਤਾਣਾ ਹੀ ਤਾਂ ਖਾ ਕੇ ਪਛਤਾਓ, ਕੀ ਜ਼ਰੂਰਤ ਹੈ ਨਾ ਕਰਨ ਦੀ। ਸੋ ਮੇਰੀ ਸ਼ਾਦੀ ਜਿਹੜੀ ਹੈ ਉਹ 1995 'ਚ, 92 'ਚ ਮੈਂ ਆਇਆ ਸਾਂ, 1995 'ਚ ਉਹ ਮੇਰੇ ਜਿਹੜੇ ਚਾਚਾ ਜਿਨ੍ਹਾਂ ਦਾ ਮੈਂ ਪਹਿਲੇ ਅਰਜ਼ ਕੀਤਾ, ਉਹਨੂੰ ਫੌਤ ਹੋ ਗਏ ਨੇ, ਮਲਿਕ ਸਲੀਮ ਸਾਹਿਬ। ਇਹ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਜਿਹੜਾ ਉਹਨਾਂ ਦੇ ਕੁਝ ਜਿਹੜੇ ਜਾਣਨ ਜੁਣਨ ਵਾਲੇ ਸਨ, ਉਹ ਮੇਰਾ ਉਹਨਾਂ ਨੇ ਇੱਥੇ ਮੇਰਾ ਰਿਸ਼ਤਾ ਹੋ ਗਿਆ, ਅਤੇ 1995 'ਚ ਫਿਰ ਮੇਰੀ ਸ਼ਾਦੀ ਹੋ ਗਈ। 1995 'ਚ ਤੁਸੀਂ ਵਿਆਹ ਦਾ ਲੱਡੂ ਖਾਧਾ, ਅਤੇ ਸਲੀਮ ਮਲਿਕ ਸਾਹਿਬ ਨੇ ਉਹਦੇ ਵਾਸਤੇ ਬੜੀ ਤੁਹਾਡੀ ਹੈਲਪ ਕੀਤੀ। ਬਿਲਕੁਲ ਜੀ, ਮੈਂ ਬਲਕਿ ਨਾ ਸਿਰਫ ਮੇਰੀ ਸ਼ਾਦੀ, ਬਲਕਿ ਮੈਂ ਸਮਝਣਾ ਕਿ ਮੇਰੀ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਇਸ ਮੁਲਕ 'ਚ, ਉਹਦੇ 'ਚ ਅਗਰ ਮੈਂ ਸਮਝਾਂ ਕਿ ਸਭ ਤੋਂ ਜ਼ਿਆਦਾ ਉਹਨਾਂ ਦਾ ਹੱਥ ਸੀ ਮਲਿਕ ਸਲੀਮ ਸਾਹਿਬ ਦਾ। ਅਤੇ ਉਹਨਾਂ ਦੇ ਸਾਏ 'ਚ ਰਹਿ ਕੇ ਹੀ ਅਸੀਂ ਜੋ ਵੀ ਲਰਨ ਕੀਤਾ ਹੈ, ਜੋ ਵੀ ਸਿੱਖਿਆ ਹੈ, ਜਿਸ ਮੁਕਾਮ ਤੱਕ ਅਸੀਂ ਅੱਜ ਪਹੁੰਚੇ ਹਾਂ, ਇਹ ਸਭ ਉਹਨਾਂ ਦਾ ਮੁਹੱਬਤ, ਉਹਨਾਂ ਦੀਆਂ ਕੋਸ਼ਿਸ਼ਾਂ, ਉਹਨਾਂ ਦੀ ਸਪੋਰਟ ਦੇ ਨਾਲ ਅਸੀਂ ਇੱਥੇ ਪਹੁੰਚੇ। ਅਤੇ ਮਲਿਕ ਸਾਹਿਬ ਥੋੜ੍ਹਾ ਜਿਹਾ ਆਪਣੀ ਫੈਮਿਲੀ ਦੇ ਬਾਰੇ ਦੱਸੋ, ਕਿੰਨੇ ਬੱਚੇ ਨੇ? ਮਾਸ਼ਾਅੱਲਾ ਜੀ, ਮੇਰੇ 3 ਬੇਟੇ ਨੇ, ਠੀਕ ਹੈ। ਇੱਕ ਜਿਹੜਾ ਸਭ ਤੋਂ ਵੱਡਾ ਜਿਹੜਾ ਹੈ ਉਹ ਹੁਣ ਤਕਰੀਬਨ 25 ਸਾਲ ਦਾ ਹੋ ਗਿਆ। ਸੋ ਉਹਦੇ ਬਾਅਦ ਇੱਕ ਜਿਹੜਾ ਉਹ ਕੋਈ 23 ਸਾਲ ਦਾ, ਉਦੋਂ ਛੋਟਾ ਜਿਹੜਾ ਉਹ 19 ਸਾਲ ਦਾ। ਔਰ ਹੁਣ ਅਸੀਂ ਗੱਲਬਾਤ ਕਰਾਂਗੇ ਕਿ ਜੀ ਅੱਜ ਦੀ ਪਹਿਚਾਣ ਤੁਹਾਡੇ ਨਾਂ ਦੇ ਨਾਲ ਜੁੜੀ ਹੋਈ ਹੈ ਕਿ ਤੁਸੀਂ ਰਿਸਪੌਂਸਿਬਲ ਹੋ ਪਾਇਕਾ ਦੇ, ਔਰ ਇੱਕ ਬੜੇ ਅੱਛੇ ਅਹੁਦੇ 'ਤੇ ਬੈਠੇ ਹੋਏ। ਥੋੜ੍ਹਾ ਜਿਹਾ ਸਾਨੂੰ ਆਪਣੇ ਰੋਲ ਦੇ ਬਾਰੇ ਅਤੇ ਪਾਇਕਾ ਦੇ ਬਾਰੇ ਦੱਸੋ। ਪਾਇਕਾ ਮੈਂ ਜਦੋਂ ਆਇਆ 1992 'ਚ, ਉਦੋਂ ਹੀ ਮੈਂ ਦੇਖਣਾ ਸਾਂ ਕਿ ਕੁਛ ਸਾਡੇ ਜਿਹੜੇ ਦੋਸਤ ਸਨ, ਸਾਥੀ ਸਨ, ਉਹ ਮਿਲਦੇ ਸਨ ਹਰ 2-3 ਵੀਕ ਬਾਅਦ, ਅਤੇ ਉਹ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਕਿ ਵੀ ਇਸ ਤਰ੍ਹਾਂ ਦੀ ਇੱਕ ਆਰਗਨਾਈਜੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਜਿਹੜੇ ਇੱਥੇ ਲੈਸਟਰ 'ਚ ਪਾਕਿਸਤਾਨੀ ਨੇ ਉਹਨਾਂ ਨੂੰ ਰੈਪਰਜ਼ੈਂਟ ਕਰੇ। ਸੋ ਉਹ ਮੈਨੂੰ ਜ਼ਾਹਿਰ ਹੈ ਥੋੜ੍ਹਾ ਜਿਹਾ ਇੰਟਰਸਟ ਡਿਵੈਲਪ ਹੋਇਆ। ਸੋ ਮੈਂ ਉਹਨਾਂ ਨੂੰ ਜਿਹੜਾ ਨਾ 1993 'ਚ ਮੈਂ ਉਹ ਜੁਆਇਨ ਕਰ ਲਿਆ। ਲੇਕਿਨ ਉਸ ਵਕਤ ਜਿਹੜਾ ਉਹ ਸਿਰਫ ਪੇਪਰਾਂ 'ਤੇ ਇੱਕ ਆਰਗਨਾਈਜੇਸ਼ਨ ਸੀ ਕਿ ਬਈ ਇਸ ਤਰ੍ਹਾਂ ਦਾ ਅਸੀਂ ਜਿਹੜਾ ਨਾ ਇੱਕ ਕਰਨਾ ਚਾਹੁੰਦੇ ਹਾਂ, ਐਸਟੈਬਲਿਸ਼ ਕਰਨਾ ਚਾਹੁੰਦੇ ਹਾਂ। ਸੋ
ਉਹਦੇ ਬਾਅਦ ਫਿਰ ਜਿਹੜਾ ਹੈ ਉਹ ਆਹਿਸਤਾ ਆਹਿਸਤਾ ਮੈਂ ਐਕਟਿਵਲੀ ਉਹਦੇ 'ਚ ਪਾਰਟੀਸਿਪੇਟ ਕਰਨਾ ਸ਼ੁਰੂ ਕੀਤਾ, ਪਰਟੀਕੂਲਰਲੀ ਜਿਹੜਾ ਅਰਲੀ ਟਾਈਮ ਸੀ ਅਬਾਊਟ 1993 ਤੋਂ ਲੈ ਕੇ 2000 ਤੱਕ। ਇਹ ਜਿਹੜਾ ਟਾਈਮ ਸਾਨੂੰ ਲੱਗਾ ਕਿ ਉਹਦਾ ਜਿਹੜਾ ਇਨਫਰਾਸਟਰਕਚਰ ਹੈ, ਜਿਸ ਤਰ੍ਹਾਂ ਉਹਦੀਆਂ ਪੋਲਿਸੀਜ਼ ਨੇ, ਕਾਨਸਟੀਟਿਊਸ਼ਨ ਹੈ, ਜਾਂ ਹੋਰ ਜਿਹੜੀਆਂ ਲਵਾਜ਼ਮਾਤ ਨੇ, ਕਿ ਉਹਨਾਂ ਨੂੰ ਅਸੀਂ ਡਿਵੈਲਪ ਕਰੀਏ। ਸੋ ਮੇਨ ਆਈਡੀਆ ਜਿਹੜਾ ਸੀ ਉਹ ਇਹ ਸੀ ਕਿ ਜਿਹੜੇ ਇੱਥੇ ਪਾਕਿਸਤਾਨੀ ਜਾਂ ਦੂਸਰੇ ਜਿਹੜੇ ਏਸ਼ੀਆਈ ਜਾਂ ਲੋਕ ਨੇ ਦੂਸਰੇ, ਉਹਨਾਂ ਨੂੰ ਅਸੀਂ ਜਿੰਨੀ ਵੀ ਉਹਨਾਂ ਦੀ ਮਦਦ ਕਰ ਸਕੀਏ ਤਾਂ ਕਿ ਉਹ ਆਪਣੀ ਜ਼ਿੰਦਗੀ ਅੱਛੇ ਤਰੀਕੇ ਦੇ ਨਾਲ, ਬਿਹਤਰ ਤਰੀਕੇ ਦੇ ਨਾਲ ਗੁਜ਼ਾਰ ਸਕਣ। ਸੋ ਦੈਟ ਵਾਜ਼ ਦ ਮੇਨ ਆਈਡੀਆ ਜਿਹਦੇ ਦੇ ਉੱਪਰ ਪਾਇਕਾ ਦੀ ਜਿਹੜੀ ਬੁਨਿਆਦ ਹੈ ਉਹ ਬੇਸ ਕਰਦੀ ਹੈ। ਸੋ ਇਟ ਵਾਜ਼ 2000, ਕਿਉਂਕਿ ਅਸੀਂ ਸ਼ੁਰੂ ਤੋਂ ਇਹ ਹੁੰਦਾ ਸੀ ਕਿ ਜਦੋਂ ਵੀ ਅਸੀਂ ਕੌਂਸਲ ਨਾਲ ਗੱਲ ਕਰਨੇ ਸਾਂ, ਅਸੀਂ ਕਹਿੰਦੇ ਸੀ ਜੀ ਜਿਹੜੀ ਪਾਕਿਸਤਾਨੀ ਕਮਿਊਨਿਟੀ ਹੈ, ਜਿਹੜੀਆਂ ਦੂਸਰੀਆਂ ਏਸ਼ੀਅਨ ਜਾਂ ਬਲੈਕ ਕਮਿਊਨਿਟੀਜ਼ ਨੇ, ਉਹਨਾਂ ਦੀਆਂ ਜ਼ਰੂਰੀਅਤ ਪੂਰੀਆਂ ਨਹੀਂ ਹੁੰਦੀਆਂ। ਸੋ ਦ ਕੁਐਸਚਨ ਆਸਕ ਕੀਤਾ ਗਿਆ, ਉਹਨਾਂ ਨੇ ਪੁੱਛਿਆ ਸਾਨੂੰ ਕਿ ਵੀ ਤੁਸੀਂ ਇਹ ਦੱਸੋ ਕਿ ਤੁਹਾਡੀਆਂ ਜ਼ਰੂਰੀਅਤ ਕੀ ਨੇ, ਜਿਨ੍ਹਾਂ ਦਾ ਤੁਸੀਂ ਹਰ ਵਕਤ ਢੰਡੋਰਾ ਪਿੱਟਦੇ ਰਹਿੰਦੇ ਹੋ, ਕਿ ਉਹ ਜ਼ਰੂਰੀਅਤ ਹੈ ਕੀ ਨੇ। ਸੋ ਇਸ ਵਾਸਤੇ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ, ਅਗਰ ਤੁਹਾਨੂੰ ਇਹੋ ਹੀ ਚਾਹੀਦਾ ਹੈ ਕਿ ਅਸੀਂ ਜ਼ਰੂਰੀਅਤ 'ਤੇ ਹੀ ਕੁਛ ਕੰਮ ਕਰੀਏ। ਸੋ ਪਹਿਲਾ ਜਿਹੜਾ ਪ੍ਰੋਜੈਕਟ ਜਿਹੜਾ ਸੀ ਉਹ ਸਾਨੂੰ ਉਹਨਾਂ ਨੇ ਦਿੱਤਾ, ਇੱਕ ਰਿਸਰਚ ਪ੍ਰੋਗਰਾਮ ਸੀ ਕਿ ਬਈ ਤੁਸੀਂ ਇਹ ਫਾਈਂਡ ਕਰੋ, ਰਿਸਰਚ ਕਰੋ ਕਿ ਜਿਹੜੇ ਇੱਥੇ ਪਾਕਿਸਤਾਨੀ ਰਹਿੰਦੇ ਨੇ ਉਹਨਾਂ ਦੀਆਂ ਨੀਡਸ ਕੀ ਨੇ। ਉਹ ਹਾਊਸਿੰਗ ਦੇ ਮਾਮਲੇ 'ਚ ਨੇ, ਜਾਂ ਉਹ ਇਕਨੋਮਿਕਲ ਐਕਟੀਵਿਟੀ ਦੇ ਬਾਰੇ 'ਚ ਨੇ, ਉਹਨਾਂ ਦੀ ਐਜੂਕੇਸ਼ਨ ਦੇ ਬਾਰੇ 'ਚ ਨੇ, ਉਹ ਸੋਸ਼ਲ ਲਾਈਫ ਦੇ ਬਾਰੇ 'ਚ ਨੇ। ਸੋ ਦੈਟ ਵਾਜ਼ ਦ ਫਸਟ ਪ੍ਰੋਜੈਕਟ ਜਿਹੜਾ ਕਿ ਸਾਨੂੰ 2000 ਸੈਪਟੈਂਬਰ 2000 'ਚ ਜਿਹੜਾ ਹੈ ਉਹ ਸਾਨੂੰ ਉਹ ਮਿਲਿਆ। ਸਾਨੂੰ ਜਿਹੜੀ ਸਿਟੀ ਕੌਂਸਲ ਨੇ ਇੱਕ ਜਗ੍ਹਾ ਦੇ ਦਿੱਤੀ ਜਿਹਦਾ ਰੈਂਟ ਜਿਹੜਾ ਸੀ ਉਹ ਸਾਡੇ ਕੋਲ ਨਹੀਂ ਸੀ ਆਉਂਦਾ, ਲੇਕਿਨ ਉਹ ਇੱਕ ਡਿਪਾਰਟਮੈਂਟ ਜਿਹੜਾ ਉਹ ਦੂਸਰੇ ਡਿਪਾਰਟਮੈਂਟ ਨੂੰ, ਸਿਟੀ ਕੌਂਸਲ ਦੀ ਇੰਟਰਨਲ ਟ੍ਰਾਂਜੈਕਸ਼ਨ ਸੀ। ਸੋ ਉਹ ਅਸੀਂ ਜਿਹੜਾ ਉੱਥੇ ਉਹਨੂੰ ਉਹ ਸ਼ੁਰੂ ਕੀਤਾ। ਅਤੇ ਜਦੋਂ ਅਸੀਂ ਸ਼ੁਰੂ ਕੀਤਾ ਸਾਡੇ ਕੋਲ ਖਾਲੀ ਬਿਲਡਿੰਗ ਸੀ, ਕੱਖ ਵੀ ਨਹੀਂ ਸੀ ਉੱਥੇ। ਸੋ ਇੱਕ ਅਸੀਂ ਟੇਬਲ ਅਤੇ ਇੱਕ ਚੇਅਰ ਅਸੀਂ ਬਾਹਰੋਂ ਕੀਤਾ ਕਿਸੇ ਦੂਸਰੀ ਆਰਗੇਨਾਈਜੇਸ਼ਨ ਕੋਲੋਂ, ਐਂਡ ਦੈਟਸ ਹਾਊ ਵੀ ਸਟਾਰਟਡ ਪਾਇਕਾ। ਪਾਇਕਾ ਦਾ ਫੁੱਲ ਫਾਰਮ ਕੀ ਹੈ? ਪਾਕਿਸਤਾਨ ਯੂਥ ਐਂਡ ਕਮਿਊਨਿਟੀ ਐਸੋਸੀਏਸ਼ਨ, ਇਹ ਉਹਦਾ ਪੂਰਾ ਨਾਂ ਹੈ, ਲੇਕਿਨ ਨੋਰਮਲੀ ਉਹਨੂੰ ਪਾਇਕਾ ਦੇ ਨਾਂ ਤੋਂ ਜਾਣਿਆ ਜਾਂਦਾ। ਸੋ ਐਜ਼ ਫਾਰ ਐਜ਼ ਪਾਇਕਾ ਇਜ਼ ਕੰਸਰਨ, ਉਹਨਾਂ ਦੇ 3 ਕੀ ਏਰੀਆਜ਼ ਨੇ ਜਿੱਥੇ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੇ ਆ। ਉਹਦੇ 'ਚ ਪਹਿਲਾ ਹੈ ਇਨਫੋਰਮੇਸ਼ਨ, ਐਡਵਾਈਸ ਐਂਡ ਗਾਈਡੈਂਸ, ਕਿ ਲੋਕੀ ਜਿਨ੍ਹਾਂ ਨੂੰ ਕੁਛ ਮਾਲੂਮਾਤ ਚਾਹੀਦੀਆਂ ਹੋਣ, ਕੁਛ ਉਹਨਾਂ ਨੂੰ ਐਡਵਾਈਸ ਚਾਹੀਦੀ ਹੋਏ, ਗਾਈਡੈਂਸ ਚਾਹੀਦੀ ਹੋਏ, ਉਹ ਸਾਡੇ ਕੋਲ ਆਉਂਦੇ ਨੇ। ਦੂਸਰਾ ਮੇਨ ਏਰੀਆ ਜਿਹੜਾ ਉਹ ਐਜੂਕੇਸ਼ਨ ਐਂਡ ਟ੍ਰੇਨਿੰਗ, ਜਿੱਥੇ ਅਸੀਂ ਡਿਫਰੈਂਟ ਕਿਸਮ ਦੀ ਟ੍ਰੇਨਿੰਗ ਪ੍ਰੋਵਾਈਡ ਕਰਨੇ ਆ। ਡਿਫਰੈਂਟ ਕੋਰਸਿਸ ਹੁੰਦੇ ਨੇ, ਕਿਸੇ ਨੇ ਅੰਗਰੇਜ਼ੀ ਸਿੱਖਣੀ ਹੈ, ਕਿਸੇ ਨੇ ਕੋਈ ਕੰਪਿਊਟਰ ਸਿੱਖਣਾ ਹੈ, ਕਿਸੇ ਨੇ ਕੋਈ ਫਸਟ ਏਡ ਦਾ ਕੋਈ ਕੋਰਸ ਕਰਨਾ ਹੈ, ਕਿਸੇ ਨੇ ਕੋਈ ਫੂਡ ਸੇਫਟੀ ਜਾਂ ਸਿਕਿਉਰਿਟੀ, ਵਟਐਵਰ ਸੋ। ਅਤੇ ਤੀਸਰੀ ਚੀਜ਼ ਹੈ ਸਾਡੀ ਉਹ ਥੋੜ੍ਹਾ ਜਿਹਾ ਸੋਸ਼ਲ ਐਂਡ ਕਲਚਰਲ ਚੀਜ਼ਾਂ ਨੇ, ਜਿਹਦੇ 'ਚ ਅਗਰ ਬਾਸ ਔਕਾਤ ਕੋਈ ਇਵੈਂਟਸ ਵਗੈਰਾ ਹੁੰਦੇ ਨੇ, ਜਾਂ ਉੱਥੇ ਸਾਡੇ ਅਸੀਂ ਕਾਫੀ ਮਾਰਨਿੰਗਸ ਜਾਂ ਕਾਫੀ ਆਫਟਰਨੂਨ ਕਰਨੇ, ਜਸਟ ਟੂ ਗਿਵ ਪੀਪਲ ਐਨ ਆਪਰਚੂਨਿਟੀ ਕਿ ਉਹ ਆ ਕੇ ਉੱਥੇ ਮਿਲਣ, ਸੋਸ਼ਲਾਈਜ਼ ਕਰਨ। ਕਿਉਂਕਿ ਤੁਹਾਨੂੰ ਪਤਾ ਇਸ ਮੁਲਕ 'ਚ ਜਿਹੜਾ ਇੱਕ ਡਰਾਬੈਕ ਹੈ ਉਹ ਇਹ ਵੇ, ਖਾਸ ਤੌਰ 'ਤੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਵਾਸਤੇ, ਕਿ ਉਹ ਜਵਾਨ ਜਿਹੜੇ ਨੇ ਉਹ ਤਾਂ ਆਪਣੇ ਕੰਮਾਂ ਕਾਜਾਂ 'ਤੇ ਟੁਰ ਜਾਂਦੇ ਨੇ, ਅਤੇ ਬਜ਼ੁਰਗ ਜਿਹੜੇ ਨੇ ਉਹ ਫਿਰ ਉਹ ਘਰਾਂ 'ਚ ਇਕੱਲੇ ਰਹਿ ਜਾਂਦੇ ਨੇ। ਉਹ ਜਿਹੜੀ ਆਈਸੋਲੇਸ਼ਨ ਹੈ ਉਹਨੂੰ ਅਸੀਂ ਚਾਹੁੰਦੇ ਸਾਂ ਕਿ ਕਿਸੇ ਤਰੀਕੇ ਨਾਲ ਇਹਨੂੰ ਟੈਕਲ ਕੀਤਾ ਜਾਏ। ਅਤੇ ਉਹਦੇ 'ਚ ਫਿਰ ਅਸੀਂ ਉਹ ਵੇਰੀਅਸ ਬਹੁਤ ਸਾਰੀਆਂ ਐਕਟੀਵਿਟੀਜ਼ ਇਸ ਮਾਮਲੇ 'ਚ ਰੱਖੀ ਦੀਆਂ ਕਿ ਉਹਦੇ 'ਚ ਉਹ ਬਜ਼ੁਰਗ ਜਿਹੜੇ ਨੇ ਉਹ ਇੱਕ ਤਾਂ ਉਹਨਾਂ ਨੂੰ ਮੌਕਾ ਮਿਲੇ ਬਾਹਰ ਨਿਕਲਣ ਦਾ, ਉਹ ਸੋਸ਼ਲਾਈਜ਼ ਕਰਨ, ਅਤੇ ਉਹਦੇ ਨਾਲ ਉਹ ਕੁਛ ਲਰਨ ਵੀ ਕਰ ਲੈਣ, ਕੁਛ ਉਹਨਾਂ ਦਾ ਜਿਹੜਾ ਟਾਈਮ ਅੱਛੇ ਤਰੀਕੇ ਨਾਲ ਗੁਜ਼ਰ ਜਾਏ। ਹੁਣ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਤੁਹਾਡੇ ਪੋਲੀਟੀਕਲ ਕੈਰੀਅਰ ਦੇ ਬਾਰੇ। ਕਦੋਂ ਪੋਲੀਟਿਕਸ ਜੁਆਇਨ ਕੀਤੀ ਅਤੇ ਕਦੋਂ ਐਜ਼ ਏ ਕਾਉਂਸਲਰ ਤੁਸੀਂ ਮੁੰਤਖਬ ਹੋਏ ਲੈਸਟਰ ਦੇ ਵਿੱਚ? ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਅਗੇਨ ਮੈਨੂੰ ਫਿਰ ਜ਼ਿਕਰ ਕਰਨਾ ਪੈਂਦਾ ਮਲਿਕ ਸਲੀਮ ਸਾਹਿਬ ਦਾ, ਕਿਉਂਕਿ ਹੀ ਹੈਜ਼ ਪਲੇਡ ਐਨ ਇੰਪੋਰਟੈਂਟ ਰੋਲ। ਹੀ ਵਾਜ਼ ਆਲਵੇਜ਼ ਸਮਬਡੀ ਹੂ ਆਈ ਹੈਵ ਲੁਕਡ ਅਪ ਟੂ। ਸੋ ਉਹ ਜਦੋਂ ਮੈਂ ਆਇਆ ਅਤੇ ਉਹ ਉਸ ਵਕਤ ਕਾਉਂਸਲਰ ਸਨ 92 'ਚ। ਉਹ ਕਾਉਂਸਲਰ ਰਹੇ ਨੇ ਤਕਰੀਬਨ 14 ਸਾਲ। ਸੋ ਜਦੋਂ ਮੈਂ ਉਹਨਾਂ ਦੇ ਨਾਲ ਹੁੰਦਾ ਸਾਂ, ਸੋ ਜਾਂ ਘਰ ਉਹਨਾਂ ਦੇ ਹਮੇਸ਼ਾ ਉਹ ਜਮਘਟਾ ਲੱਗਾ ਹੁੰਦਾ ਸੀ, ਕੋਈ ਪੋਲੀਟੀਸ਼ੀਅਨਸ ਆ ਰਹੇ ਨੇ, ਕੁਛ ਲੋਕ ਕਾਂਸਟੀਚੂਐਂਟਸ ਆ ਰਹੇ ਨੇ, ਵਗੈਰਾ ਵਗੈਰਾ। ਸੋ ਦੇ ਵਾਜ਼ ਐਨ ਇੰਟਰਸਟ। ਸੋ ਆਈ ਜੁਆਇਨਡ ਦ ਪੋਲੀਟੀਕਲ ਪਾਰਟੀ, ਲੇਬਰ ਪਾਰਟੀ 1993-94 'ਚ ਜਿਹੜਾ ਮੈਂ ਉਹ ਜੁਆਇਨ ਕਰ ਲਈ ਸੀ।
So, and then I served as the secretary of the branch, Spinney Hills branch. Then I was the chair of the branch. So ਉਸ ਤਰੀਕੇ ਦੇ ਨਾਲ ਪੋਲੀਟੀਕਲ ਇਨਵੋਲਵਮੈਂਟ ਮੇਰੀ ਹੈ ਸੀ ਛੋਟੇ ਨੀਚੇ ਲੈਵਲ ਤੇ। ਲੇਕਿਨ ਕਾਉਂਸਲਰ ਬਣਨਾ ਜਿਹੜਾ ਸੀ, ਇਹ ਤੁਹਾਨੂੰ ਪਤਾ ਕਾਉਂਸਲਰ ਬਣਨਾ there is a lot of responsibility। ਸੋ ਉਹ ਜਿਹੜੀ ਰਿਸਪੋਂਸਿਬਿਲਿਟੀ ਨੂੰ ਫਿਰ ਲੋਕਾਂ ਦੀਆਂ ਉਮੀਦਾਂ ਤੇ ਤਵੱਕੁਆਤ ਤੇ ਪੂਰਾ ਉਤਰਨਾ, you need a lot of effort and strength for that। So ਮੈਨੂੰ ਕਿੰਨੀ ਵਾਰੀ ਕਿਹਾ ਗਿਆ ਕਿ if I'm interested, ਲੇਕਿਨ ਮੈਂ ਰੈਡੀ ਨਹੀਂ ਸਾਂ। ਸੋ 2015 'ਚ ਫਿਰ ਜਿਹੜਾ ਉਹ ਮੈਂ ਡਿਸਾਈਡ ਕੀਤਾ ਕਿ ਓਕੇ ਦੈਟਸ ਫਾਈਨ, ਸੋ ਲੈਟਸ ਡੂ ਦਿਸ। ਸੋ 2015 'ਚ ਫਸਟ ਟਾਈਮ ਜਿਹੜਾ ਉਹ ਮੈਂ ਇਲੈਕਸ਼ਨ ਲੜਿਆ ਅਤੇ ਆਈ ਬਿਕੇਮ ਕਾਉਂਸਲਰ ਫॉर ਦ ਸਪਿਨੀ ਹਿਲਸ ਵਾਰਡ। ਤੁਹਾਨੂੰ ਲੈਸਟਰ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ, ਤੇ ਲਵ ਆਫ ਲੈਸਟਰ ਕਿਵੇਂ ਡਿਸਕ੍ਰਾਈਬ ਕਰੋਗੇ? ਆਈ ਥਿੰਕ ਕਿ ਲੈਸਟਰ ਇੱਕ ਐਸਾ ਸ਼ਹਿਰ ਹੈ ਜਿਹਨੂੰ ਮੇਰੇ ਨਜ਼ਦੀਕ, ਜਦੋਂ ਮੈਂ ਸਮਝਣਾ ਕਿ ਦੁਨੀਆ 'ਚ ਅਗਰ ਕੋਈ ਬਿਹਤਰੀਨ ਸ਼ਹਿਰ ਰਹਿਣ ਵਾਸਤੇ ਹੈ ਵੇ ਉਹ ਲੈਸਟਰ ਹੈ। ਕਿਉਂ? ਕੀ ਵਜ੍ਹਾ ਹੈ ਉਹਦੀ ਕਿ ਲੈਸਟਰ ਕਿਉਂ? ਉਹਦੇ 'ਚ ਸਭ ਤੋਂ ਪਹਿਲੀ ਚੀਜ਼ ਤਾਂ ਇਹ ਵੇ ਕਿ ਜਿਹੜੀ ਇੱਥੋਂ ਦੀ ਡਾਇਵਰਸਿਟੀ ਹੈ ਉਹ ਤੁਹਾਨੂੰ ਕਿਧਰੇ ਵੀ ਨਹੀਂ ਮਿਲਦੀ। ਲੈਸਟਰ ਪਹਿਲਾ ਸ਼ਹਿਰ ਹੈ ਜਿਹੜਾ ਹੁਣ ਅਸੀਂ ਇਹ ਕਲੇਮ ਕਰਨੇ ਆ ਰਾਈਟਲੀ ਕਿ ਇਹ ਪਹਿਲਾ ਸ਼ਹਿਰ ਹੈ ਜਿੱਥੇ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਮੈਜੋਰਿਟੀ ਬਣ ਗਈਆਂ ਨੇ ਇਨ ਟੋਟਲ, ਰਾਈਟ। ਫਿਰ ਤੁਹਾਨੂੰ ਇੱਥੇ ਕਲਚਰ ਜਿਹੜਾ ਹੈ, ਹਰ ਕਿਸਮ ਦਾ ਤੁਹਾਨੂੰ ਕਲਚਰ ਮਿਲਦਾ, ਹਰ ਕਿਸਮ ਦਾ ਤੁਹਾਨੂੰ ਫੂਡ ਮਿਲਦਾ। ਸਭ ਤੋਂ ਵੱਡੀ ਗੱਲ ਹੈ ਵੀ ਕਿ ਲੈਸਟਰ ਦੀ ਇਹ ਟ੍ਰੈਡੀਸ਼ਨ ਰਹੀ ਹੈ ਕਿ ਜਿਹੜਾ ਵੀ ਇੱਥੇ ਆਇਆ ਲੈਸਟਰ ਨੇ ਹਮੇਸ਼ਾ ਉਹਨੂੰ ਖੁੱਲ੍ਹੀਆਂ ਬਾਹਾਂ ਦੇ ਨਾਲ ਉਹਨੂੰ ਐਕਸੈਪਟ ਕੀਤਾ। ਆਇਆ ਉਹ ਅਗਰ ਅਫਰੀਕਾ ਤੋਂ ਈਦੀ ਅਮੀਨ ਦੇ ਟਾਈਮ 'ਤੇ ਲੋਕ ਆਏ ਸਨ, ਜਾਂ ਉਦੋਂ ਪਹਿਲੇ ਕੋਈ ਆਏ ਸਨ, ਜਾਂ ਰੀਸੈਂਟਲੀ ਅਗਰ ਅਸੀਂ ਦੇਖੀਏ ਅਤੇ ਸੋਮਾਲੀਅਨ ਕਮਿਊਨਿਟੀ ਜਦੋਂ ਆਈ, ਜਾਂ ਹੁਣ ਯੂਰਪੀਅਨ ਜਿਹੜੇ ਨੇ ਜਾਂ ਯੂਕਰੇਨ ਦੇ ਲੋਕ ਆ ਰਹੇ ਨੇ, ਅਫਗਾਨਿਸਤਾਨ ਤੋਂ ਆ ਰਹੇ ਨੇ। ਸੋ ਲੈਸਟਰ ਇਜ਼ ਆਲਵੇਜ਼ ਵੈਰੀ ਅਕਮੋਡੇਟਿੰਗ। ਉਹ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਵੈਲਕਮ ਕਰਦਾ, ਉਹਨਾਂ ਨੂੰ ਹੈਲਪ ਕਰਦਾ। ਸੋ ਅਸਲ 'ਚ ਇਹ ਜਿਹੜੀ ਚੀਜ਼ ਹੈ, ਇਹ ਚੀਜ਼ ਤੁਹਾਨੂੰ ਪ੍ਰਾਊਡ ਬਣਾਉਂਦੀ ਹੈ ਕਿ ਵੀ ਮੈਂ ਇੱਕ ਐਸੇ ਸ਼ਹਿਰ ਦਾ ਵਾਸੀ ਹਾਂ ਜਿਹੜਾ ਸ਼ਹਿਰ ਇਹ ਨਹੀਂ ਦੇਖਦਾ ਕਿ ਤੁਹਾਡੀ ਬੈਕਗਰਾਊਂਡ ਕੀ ਹੈ, ਤੁਹਾਡਾ ਮਜ਼ਹਬ ਕੀ ਹੈ, ਤੁਸੀਂ ਕਿਸ ਜਗ੍ਹਾ ਨਾਲ ਤੁਹਾਡਾ ਤਲਕ ਹੈ, ਤੁਹਾਡਾ ਰੰਗ ਕੀ ਹੈ। ਉਹ ਤੁਹਾਨੂੰ ਈਕਵਲੀ ਉਸ ਤਰੀਕੇ ਨਾਲ ਹੈਲਪ ਕਰਨ ਦੀ ਇੱਥੇ ਮਦਦ ਕਰਦਾ। ਉਹਦੇ 'ਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਵੇ ਕਿ ਇਹ ਨਹੀਂ ਮੈਂ ਕਹਿੰਦਾ ਕਿ ਐਵਰੀਥਿੰਗ ਜਿਹੜੀ ਉਹ ਲੈਸਟਰ 'ਚ ਬਿਲਕੁਲ ਫਸਟ ਕਲਾਸ ਹੈ। ਆਬਵੀਅਸਲੀ ਕਿ ਹਮੇਸ਼ਾ ਉਹਦੇ 'ਚ ਬਿਹਤਰੀ ਦੀ ਗੁੰਜਾਇਸ਼ ਹੁੰਦੀ ਹੈ, ਦੇਰ ਇਜ਼ ਆਲਵੇਜ਼ ਰੂਮ ਫਾਰ ਇੰਪਰੂਵਮੈਂਟ। ਸੋ ਉਹ ਅਸੀਂ ਸਾਰੇ ਮਿਲ ਕੇ ਸਾਡੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਇਹਨੂੰ ਬਿਹਤਰ ਤੋਂ ਬਿਹਤਰ ਬਣਾਇਆ ਜਾਏ। ਲੇਕਿਨ ਲੈਸਟਰ ਦੀ ਇਹ ਜਿਹੜੀ ਖੂਬੀ ਹੈ ਕਿ ਉਹਨਾਂ ਤੁਸੀਂ ਦੇਖੋ ਨਾ ਕਿ ਮੈਂ ਕਿੱਥੋਂ ਟੁਰਿਆ, ਕਿੱਥੇ ਪਹੁੰਚਿਆ, ਕੀ ਕਰਦਾ ਸਾਂ ਮੈਂ ਇੱਥੇ, ਰਾਈਟ। ਕੋਈ ਅੱਡਾ ਮੈਂ ਕੋਈ ਉਹ ਪੜ੍ਹਿਆ ਲਿਖਿਆ ਵੀ ਨਹੀਂ ਕਿ ਮੈਂ ਕਹਾਂ ਮੈਂ PhD ਕੀਤੀ ਦੀ ਹੈ, ਮੈਂ ਮਾਸਟਰ ਕੀਤਾ ਤਾਂ ਸਿੰਪਲ ਗ੍ਰੈਜੂਏਸ਼ਨ ਉੱਥੋਂ ਵੀ ਕੀਤਾ ਸੀ, ਇੱਥੇ ਵੀ ਆ ਕੇ ਕੀਤਾ। ਲੇਕਿਨ ਉਹਦੇ ਬਾਵਜੂਦ ਅਗਰ ਬੰਦੇ 'ਚ ਥੋੜ੍ਹੀ ਜਿਹੀ ਸ਼ੌਕ ਹੋਏ, ਉਹਦੀ ਲਗਨ ਹੋਏ, ਉਹ ਕਮਿਟਮੈਂਟ ਹੋਏ ਉਹਦੇ 'ਚ, ਅਤੇ ਉਹ ਅੱਗੇ ਉਹਨੂੰ ਵਧਣ ਦੇ ਬਿਲਕੁਲ ਇੱਥੇ ਮੌਕੇ ਮਿਲਦੇ ਨੇ। ਅਤੇ ਉਹ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਤੁਹਾਡੇ ਸਾਹਮਣੇ ਨੇ, ਉਹ ਕਿਸੇ ਵੀ ਫੀਲਡ 'ਚ ਤੁਸੀਂ ਦੇਖ ਲਓ, ਉਹ ਤੁਹਾਨੂੰ ਉਹ ਇੱਥੇ ਜਿਹੜਾ ਨਾ ਉਹ ਜਿਹੜੀ ਮੁਸਾਵਾਤ ਜਿਹੜੀ ਹੈ ਉਹ ਤੁਹਾਨੂੰ ਇੱਥੇ ਬਹੁਤ ਜਿਹੜੀ ਹੈ ਉਹ ਅਪੀਲ ਕਰਦੀ। ਤੁਹਾਨੂੰ ਸ਼ਾਇਰੀ ਨਾਲ ਅਦਬ ਅਦਾਬ ਨਾਲ ਵੀ ਲਗਾਓ ਹੈ? ਸ਼ਾਇਰੀ, ਮਿਊਜ਼ਿਕ, ਸ਼ਾਇਰੀ ਦਾ ਜਿੱਥੋਂ ਤੱਕ ਤਾਲੁਕ ਹੈ ਪੜ੍ਹਨ ਦਾ ਸ਼ੌਕ ਹੈ। ਲੇਕਿਨ ਮੇਰੇ 'ਚ ਅੱਲਾਹ ਤਾਲਾ ਨੇ ਮੈਨੂੰ ਇੰਨੀ ਕਾਬਲੀਅਤ ਨਹੀਂ ਦਿੱਤੀ ਕਿ ਮੈਂ ਸ਼ੇਰ ਕਵਾਂ। ਐਸੇ ਤਰ੍ਹਾਂ ਮੌਸੀਕੀ ਜਿਹੜੀ ਉਹਨੂੰ ਸੁਣਨ ਦਾ ਸ਼ੌਕ ਹੈ, ਲੇਕਿਨ ਮੈਂ ਗਾ ਨਹੀਂ ਸਕਦਾ। ਸੋ ਸ਼ੌਕ ਹੈ ਨੇ ਬਿਲਕੁਲ। ਅੱਛੀ ਸ਼ਾਇਰੀ ਮਿਲੇ, ਅੱਛਾ ਮਿਊਜ਼ਿਕ ਮਿਲੇ, ਉਸ ਦਿਨ ਬੰਦਾ ਜ਼ਰਾ ਜ਼ਿਆਦਾ ਖੁਸ਼ ਹੋ ਜਾਂਦਾ। ਮੋਸਟਲੀ ਜਿਹੜਾ ਪੜ੍ਹਨ ਪੜ੍ਹਾਉਣ ਦਾ ਸ਼ੌਕ ਹੈ ਵੇ ਉਹ ਪੜ੍ਹੀਦਾ। ਜਦੋਂ ਕੋਈ ਅੱਛੀ ਚੀਜ਼ ਆਏ ਉਦੋਂ ਦਾਦ ਵੀ ਦੇਈਦੀ। ਅਤੇ ਜਦੋਂ ਥੋੜ੍ਹਾ ਜਿਹਾ ਕਹਿੰਦੇ ਨੇ ਕਿ ਬ੍ਰੇਕ ਕਰਨਾ ਚਾਹੁੰਦੇ ਹੋ ਕੰਮ ਤੋਂ, ਬਿਜ਼ੀ ਲਾਈਫ ਸਟਾਈਲ ਤੋਂ, ਕਿਹੜੇ ਮੁਲਕ 'ਚ ਜਾਣਾ ਪਸੰਦ ਕਰਦੇ ਹੋ? ਤੁਹਾਡਾ ਫੇਵਰਟ ਹੌਲੀਡੇ ਸਪੋਟ ਕਿਹੜਾ ਹੈਗਾ? ਆਈ ਥਿੰਕ ਪਹਿਲੀ ਚੀਜ਼ ਤਾਂ ਇਹ ਹੈ ਕਿ ਜਦੋਂ ਖਾਸ ਤੌਰ 'ਤੇ ਅਸੀਂ ਲੋਕ ਜਿਹੜੇ ਸਾਊਥ ਏਸ਼ੀਆ ਤੋਂ ਆਉਂਦੇ ਹਾਂ, ਉਹਨਾਂ ਵਾਸਤੇ ਅਗਰ ਉਹਨਾਂ ਦੇ ਵਾਲਿदैन ਉੱਥੇ ਹੋਣ ਤਾਂ ਫਿਰ ਉਹ ਚੋਇਸ ਜਿਹੜੀ ਉਹ ਤੁਹਾਡੇ ਕੋਲ ਰਹਿੰਦੀ ਨਹੀਂ। ਫਿਰ ਤੁਹਾਡੀ ਖਾਹਿਸ਼ ਇਹੋ ਹੀ ਹੁੰਦੀ ਹੈ ਕਿ ਤੁਸੀਂ ਜਿੰਨੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਜਾ ਕੇ ਆਪਣੇ ਵਾਲਿदैन ਨੂੰ ਮਿਲੋ, ਉਹਨਾਂ ਦੀ ਜਿਹੜੀ ਕੋਈ ਖਿਦਮਤ ਕਰ ਸਕਦੇ ਹੋ। ਕਿਉਂਕਿ ਇਹ ਇੱਕ ਬੰਦੇ ਦੇ ਅੰਦਰ ਇੱਕ ਕਲਕ ਰਹਿੰਦਾ ਹੈ
कि प्रदेश च मैं आ गया मैनू सब कुछ चलो ठीक है मटीरियली मैं बड़ा सैटिस्फाइड हाँ मेरे को हर चीज़ है वे लेकिन जी चीज़ की वो कमी महसूस करता वो यह कहता कि अल्लाह ताला ने मैनू सारा कुछ दिता मैनू हिम्मत भी दी लेकिन मैं अपने वालदैन की उस तरीके नाल ਉਹਨਾਂ ਵਾਸਤੇ ਮੈਂ ਕੁਛ ਕਰ ਨਹੀਂ ਸਕਿਆ ਉਹਨਾਂ ਦੀ ਮੈਂ ਉਸ ਤਰ੍ਹਾਂ ਨਾਲ ਹਿਦਮਤ ਨਹੀਂ ਕਰ ਸਕਿਆ ਸੋ ਹੁਣ ਤੱਕ ਤੇ ਇਹੋ ਹੀ ਹੈ ਕਿ ਜਦੋਂ ਵੀ ਮੌਕਾ ਮਿਲੇ ਅਨਲੈਸ ਕੋਈ ਇਸ ਕਿਸਮ ਦੀ ਕੋਈ ਚੀਜ਼ ਹੋਏ ਕਿ ਸਾਨੂੰ ਅਸੀਂ ਹੋਰ ਕਿਧਰੇ ਜਾਈਏ ਲੇਕਿਨ ਜਦੋਂ ਵੀ ਮੌਕਾ ਮਿਲਦਾ ਪਹਿਲਾ ਇਹੋ ਹੀ ਹੁੰਦੀ ਹੈ ਖਾਹਿਸ਼ ਕਿ ਯਾਰ ਜਾ ਕੇ ਤੇ ਇੱਕ ਵਾਰੀ ਫੇਰ ਆਪਣੇ ਮਾਂ ਬਾਪ ਨੂੰ ਮੇਰੀ ਵਾਲਦਾ ਜਿਹੜੀ ਉਹ ਤਕਰੀਬਨ 4-5 ਸਾਲ ਹੋ ਗਏ ਨੇ ਫੌਤ ਹੋ ਗਏ ਨੇ ਲੇਕਿਨ ਮੇਰੇ ਵਾਲਿਦ ਸਾਹਿਬ ਅਲਹਮਦੁਲਿਲਾ ਉਹ ਹਯਾਤ ਨੇ ਅਤੇ ਉਹ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਜਿੰਨਾ ਵੀ ਅਸੀਂ ਜਾ ਕੇ ਮਿਲ ਲਈਏ ਅਦਰਵਾਈਜ਼ ਸ਼ੌਕ ਤਾਂ ਹੈ ਵੇ ਪਾਕਿਸਤਾਨ ਦੇ ਕਿਹੜੇ ਸ਼ਹਿਰ 'ਚ ਪੈਦਾ ਹੋਏ ਅਤੇ ਕਿੱਥੇ ਜਵਾਨ ਹੋਏ ਉਹਦੇ ਬਾਰੇ ਸਾਨੂੰ ਦੱਸੋ ਪਾਕਿਸਤਾਨ ਯਾਰ ਮੈਂ ਪੈਦਾ ਹੋਇਆ ਇਕਬਾਲ ਦੇ ਸ਼ਹਿਰ ਸਿਆਲਕੋਟ 'ਚ ਸਿਆਲਕੋਟ ਜਿਹੜਾ ਮਸ਼ਹੂਰ ਹੈ ਆਪਣੇ ਸਪੋਰਟਸ ਗੁੱਡਸ ਐਕਸਪੋਰਟ ਦੇ ਵਿੱਚ ਲੈਦਰ ਗਾਰਮੈਂਟਸ ਵਗੈਰਾ ਵਗੈਰਾ ਉਹਦੇ ਇਲਾਵਾ ਉੱਥੇ ਹੋਰ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤ ਜਿਹੜੀਆਂ ਪੈਦਾ ਹੋਈਆਂ ਉੱਥੇ ਫੈਜ਼ ਅਹਿਮਦ ਫੈਜ਼ ਸਿਆਲਕੋਟ ਦੇ ਉਹਦੇ ਇਲਾਵਾ ਬਹੁਤ ਸਾਰੇ ਹੋਰ ਨੇ ਸੋ ਮੇਰਾ ਤਾਲੁਕ ਸਿਆਲਕੋਟ ਨਾਲ ਹੈ ਸਿਆਲਕੋਟ 'ਚ ਹੀ ਮੈਂ ਪੈਦਾ ਹੋਇਆ ਸਿਆਲਕੋਟ 'ਚ ਹੀ ਮੈਂ ਪ੍ਰਵਾਨ ਚੜ੍ਹਿਆ ਅਤੇ ਹੁਣ ਵੀ ਮੈਂ ਜਦੋਂ ਜਾਵਾਂ ਸਿਆਲਕੋਟ ਹੀ ਜਾਂਦਾ ਉਹਦੇ ਬਾਅਦ ਫਿਰ ਕਿਸੇ ਦੂਸਰੇ ਸ਼ਹਿਰ ਦਾ ਜ਼ਿਕਰ ਆਏ ਤੇ ਆਏ ਲੇਕਿਨ ਸਿਆਲਕੋਟ ਨਾਲ ਜਿਹੜੀ ਆਪਣੀ ਮੁਹੱਬਤ ਹੈ ਸਿਆਲਕੋਟ ਦੀਆਂ ਗਲੀਆਂ ਸਿਆਲਕੋਟ ਦੀ ਮਿੱਟੀ ਸਿਆਲਕੋਟ ਦੀ ਧੂੜ ਸੋ ਉਹਨਾਂ ਨਾਲ ਜਿਹੜੀ ਤੁਹਾਡੀ ਅਟੈਚਮੈਂਟ ਹੈ ਖਾਸ ਤਾਂ ਜਦੋਂ ਬੰਦਾ ਜਿੱਥੇ ਪੈਦਾ ਹੁੰਦਾ ਨਾ ਮੇਰੇ ਬੱਚੇ ਨੇ ਉਹ ਇੱਥੇ ਪੈਦਾ ਹੋਏ ਨੇ ਉਹਨਾਂ ਵਾਸਤੇ ਇਹ ਜਗ੍ਹਾ ਜਿਹੜੀ ਹੈ ਉਹ ਇੰਪੋਰਟੈਂਟ ਹੈ ਅਸੀਂ ਉੱਥੇ ਪੈਦਾ ਹੋਏ ਸਾਂ ਅਸਾਂ ਬਚਪਨ ਆਪਣਾ ਉੱਥੇ ਗੁਜ਼ਾਰਿਆ ਸਾਡਾ ਜਵਾਨੀ ਉੱਥੇ ਆਈ ਠੀਕ ਹੈ ਪਹਿਲਾ ਪਿਆਰ ਉੱਥੇ ਹੋਇਆ ਰਾਈਟ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਫਿਰ ਯਾਦ ਰਹਿੰਦੀਆਂ ਨੇ ਸਾਰੀ ਉਮਰ ਅਤੇ ਉਹ ਤੁਹਾਨੂੰ ਉਹ ਤੁਹਾਡੇ ਵਾਸਤੇ ਜਿਹੜਾ ਨਾ ਉਹ ਇੱਕ ਤੁਹਾਡਾ ਯਾਦਾਂ ਦਾ ਇੱਕ ਅਸਾਸਾ ਹੁੰਦਾ ਜਿਹੜਾ ਤੁਸੀਂ ਆਪਣੇ ਨਾਲ ਲੈ ਕੇ ਜਿਹੜਾ ਉਹ ਟੁਰਦੇ ਰਹਿੰਦੇ ਹੋ ਫਾਈਨਲੀ ਮਲਕ ਸਾਹਿਬ ਬਿਟ ਪੰਜਾਬੀ ਦੇ ਵਿਊਅਰਸ ਵਾਸਤੇ ਅਤੇ ਸਾਰੇ ਸਰੋਤਿਆਂ ਵਾਸਤੇ ਤੁਹਾਡਾ ਕੀ ਮੈਸੇਜ ਹੈ I think this is a very good effort ਖਾਸ ਤੌਰ 'ਤੇ ਪਾਕਿਸਤਾਨੀਆਂ ਵਾਸਤੇ ਅਤੇ ਇਨ ਜਨਰਲ ਬਾਕੀ ਜਿੰਨੇ ਵੀ ਸਾਡੇ ਦੋਸਤ ਭਾਈ ਸਾਥੀ ਇੰਡੀਆ 'ਚੋਂ ਪੰਜਾਬੀ ਬੋਲਣ ਵਾਲੇ ਨੇ ਜਿਹੜੀ ਤੁਹਾਡੀ ਮਾਂ ਬੋਲੀ ਹੁੰਦੀ ਹੈ ਨਾ ਅਗਰ ਕੋਈ ਉਹਦੇ ਵਾਸਤੇ ਕੁਛ ਕਰਦਾ ਹੈ ਨਾ ਸੋ ਤੁਸੀਂ ਜਿੰਨਾ ਵੀ ਉਹਨੂੰ ਐਪਰੀਸ਼ੀਏਟ ਕਰ ਸਕਦੇ ਹੋ ਜਿੰਨਾ ਵੀ ਉਹਨਾਂ ਦੇ ਨਾਲ ਤੁਸੀਂ ਕੋਆਪਰੇਟ ਕਰ ਸਕਦੇ ਹੋ ਕਿਉਂਕਿ ਆਪਣੀ ਜ਼ੁਬਾਨ ਨੂੰ ਅੱਗੇ ਵਧਾਉਣਾ ਇਹ ਮੈਂ ਇਹ ਨਹੀਂ ਕਿ ਉਹਨੂੰ ਮੈਂ ਸਮਝਾਂ ਕਿ ਇਹ ਕੰਮ ਹੈ ਬਲਕਿ ਇਹ ਮੇਰਾ ਫਰਜ਼ ਹੈ ਇਹ ਮੇਰੀ ਡਿਊਟੀ ਹੈ ਸੋ ਤੁਸੀਂ ਮੁਬਾਰਕਬਾਦ ਦੇ ਮੁਸਤਹਿਕ ਹੋ ਕਿ ਇਸ ਤਰ੍ਹਾਂ ਦਾ ਜਿਹੜਾ ਇੱਕ ਚੈਨਲ ਜਿਹੜਾ ਆਪਣੀ ਜ਼ੁਬਾਨ ਨੂੰ ਤਰਵੀਜ ਦੇ ਰਿਹਾ ਆਪਣੀ ਜ਼ੁਬਾਨ ਨੂੰ ਅੱਗੇ ਵਧਾਏਗਾ ਸੋ ਦੈਟ ਇਜ਼ ਆਈ ਥਿੰਕ ਅ ਬ੍ਰਿਲੀਅੰਟ ਥਿੰਗ ਦੈਟ ਟੂ ਡੂ ਐਂਡ ਆਪ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਸ਼ੁਕਰੀਆ ਤਾਂ ਮੈਂ ਪਹਿਲੇ ਅਦਾ ਕਰਤਾ ਕਿ ਮੈਨੂੰ ਤੁਸੀਂ ਮੁਝ ਜੈਸੇ ਆਜਿਜ਼ ਨਾਚੀਜ਼ ਨਕਾਰਾ ਬੰਦੇ ਨੂੰ ਤੁਸੀਂ ਮੌਕਾ ਦਿੱਤਾ ਕਿ ਮੈਂ ਇੱਥੇ ਆਇਆ ਅਤੇ ਗੱਲਬਾਤ ਕਰਾਂ ਤੁਹਾਡੇ ਨਾਲ ਮਲਕ ਸਾਹਿਬ ਹੁਣ ਤੁਹਾਡੇ ਤੋਂ ਇਜਾਜ਼ਤ ਮੰਗਾਂਗੇ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੁਫ਼ਤਗੂ ਕਰਕੇ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲਿਆ ਅਤੇ ਅਸੀਂ ਇਹੀ ਰੱਬ ਤੋਂ ਦੁਆ ਕਰਾਂਗੇ ਉਤਲੇ ਤੋਂ ਇਹੀ ਦੁਆ ਮੰਗਾਂਗੇ ਕਿ ਤੁਹਾਡੇ ਆਉਣ ਵਾਲੇ ਸਾਰੇ ਖਾਬ ਪੂਰੇ ਹੋਣ ਅਤੇ ਇਸੇ ਤਰ੍ਹਾਂ ਤੁਸੀਂ ਕਮਿਊਨਿਟੀ ਦੀ ਸੇਵਾ ਕਰਦੇ ਰਹੋ ਐਜ਼ ਏ ਕਾਉਂਸਲਰ ਜਾਂ ਐਜ਼ ਏ ਚੀਫ ਐਗਜ਼ੈਕਟਿਵ ਆਫ ਪਾਈਕਾ ਅਤੇ ਫਿਰ ਜ਼ਰੂਰ ਮਿਲਾਂਗੇ ਬਹੁਤ ਛੇਤੀ ਅਤੇ ਹੁਣ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਥੈਂਕ ਯੂ ਗ੍ਰੇਟ बहुत बहुत शुक्रिया क्या डराएगा तेज़ हवाओं का झोंका हमें क्या डराएगा तेज़ हवाओं का झोंका हमें हम तो दिया इश्क का तूफ़ान में जला लेते हैं जी हाँ यही स्टोरी सी काउंसलर मुस्तफा मलिक साहब दी कि उन्होंने किस तरीके नाल अपने आप नूं इस मुल्क के वैदर नाल एडजस्ट किया इस कल्चर नाल एडजस्ट किया और बहुत सारिया मिहनत करके अज वो एक मकाम तक पहुँचे ने कि वो पॉलिटिक्स भी आ गए उत्थे भी सक्सैस मिली उन्होंने पाइका के चीफ एग्जैक्टिव ने कम्यूनिटियां की सेवा कर रहे हैं जी हाँ दोस्तों बिट पंजाबी के व्यूअर्स लिए खास कर मेरा मैसेज है कि ख्वाब देखना बहुत चंगी गल है ख्वाब लिखना भी बहुत चंगी गल है लेकिन उन्होंने अचीव करना सब तो वड्डी गल है तो 3 लफ्ज़ जान तो पहले इमैजिन बिलीव अचीव हुण रवेल गुजार नूं इजाजत दिओ फिर मिलांगा नैक्सट वीक एक नवे एपीसोड दे नाल और नवी पर्सनैलिटी दे नाल उन्हां कोल कुछ सीखांगे तो कुछ सिखावांगे तो जींदे रहो वसते रहो रब रखा।